नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। जालंधर के प्रताप बाग के नजदीक दिन दिहाड़े सरेआम गुंडागर्दी का हुआ नंगा नाच। तेजधार हथियारों से एक युवक को बेरहमी से काटा। अमृतसर पुलिस और बदमाशों में हुई मुठभेड़। बब्बर खालसा इंटरनेशनल मॉड्यूल के 5 सदस्यों को एक हैंड ग्रेनेड और पिस्तौल सहित किया काबू। अमृतसर के श्री दरबार साहिब के नजदीक काठियां वाले बाजार में हुई गैंगवार। गैंगस्टर सोनू मोटा को मारी गोलियां। और अब हलचल विस्तार से। जालंधर के प्रताप बाग में जग्गी नान वाले के पास सरेआम गुंडागर्दी का नंगा नाच देखने को मिला, जहां सरेआम नौजवान पर हमलावरों द्वारा तेजधार हथियार से हमला कर उसे घायल कर दिया गया। परिजनों द्वारा घायल को उपचार हेतु पाल अस्पताल में भर्ती करवाया गया। घटना वहां लगे सीसीटीवी में कैद हो गई। वहीं मामले की जानकारी देते हुए एसीपी आतिशी भाटिया ने कहा कि प्रताप बाग के पास नौजवानों द्वारा एक व्यक्ति के साथ बेरहमी से मारपीट की गई। एसीपी ने कहा कि घायल व्यक्ति की पहचान मुस्तफा पर जालंधर में 4 से 5 नौजवानों के साथ मिलकर तेजधार हथियार से हमला किया गया। पीड़ित का अस्पताल के आईसीयू वार्ड में उपचार चल रहा है। एसीपी ने कहा कि पुरानी रंजिश के चलते विवाद हुआ है। परिजनों के बयानों के आधार पर आगे की कार्रवाई की जा रही है। इस मामले में मामला दर्ज किया गया है। जी मामला पता नहीं किया जी ਅਸੀਂ ਜਿਹੜਾ ਹੈ ਨਹੀਂ ਪਰੌਂਠਾ ਨਾਨ ਵਾਲਾ ਅਸੀਂ ਗੱਡੀ ਪਾਲੇ ਪਾਸੇ ਲਾ ਕੇ ਇੱਧਰ ਆ ਰਹੀ ਸੀ। ਗੱਡੀ ਉਹਨਾਂ ਨੇ ਜਾ ਕੇ ਪਿੱਛੇ ਉਹਦੇ ਵਿੱਚ ਮਾਰੀ। ਅੱਛਾ ਮੈਂ ਥੋੜਾ ਅੱਗੇ ਸੀਗਾ, ਇਹ ਥੋੜਾ ਮੇਰੇ ਨਾਲ ਦੀ ਬੈਕ ਸਾਈਡ ਤੇ ਗੱਡੀ ਇਹਦੇ ਵਿੱਚ ਮਾਰੀ ਬਹੁਤ ਜ਼ੋਰ ਨਾਲ। ਘੱਟੋ ਘੱਟ 10 ਫੁੱਟ ਚੱਕ ਕੇ ਡਿੱਗਿਆ ਇਹ ਮੁੰਡਾ ਜਾ ਕੇ ਪੰਮਾ ਤੇ ਇਹਦੇ ਸਿਰ ਤੇ ਸੱਟ ਉਦੋਂ ਹੀ ਵੱਜੀ। ਅਸੀਂ ਉੱਠ ਕੇ ਭੱਜਣ ਲੱਗੇ ਤੇ ਉਹਨਾਂ ਨੇ ਪਿੱਛੇ ਕਿਰਪਾਨਾਂ ਸੀਗੀਆਂ ਉਹਨਾਂ ਦੇ ਹੱਥ ਤੇ ਗੱਡੀ ਚੋਂ ਨਿਕਲ ਗਿਆ ਤੇ ਕਿਰਪਾਨਾਂ ਨਾਲ ਬਾਹਰ ਕੱਢ ਦਿੱਤਾ। ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਮੁਸਤਫਾ ਜਿਹੜਾ ਪੰਮਾ ਮੈਂ ਇਹ ਵੀ ਕਿੱਥੋਂ ਰਹਿਣ ਵਾਲਾ ਤੇ ਜਲੰਧਰ ਤੁਸੀਂ ਕਿਉਂ ਆਏ ਸੀਗੇ ਇਸ ਜਗ੍ਹਾ ਤੇ? ਅਸੀਂ ਦਰਾਹੇ ਕੋਲੇ ਹੀ ਪਿੰਡ ਰਾਮਪੁਰ ਦੇ ਰਹਿਣ ਵਾਲੇ ਜੀ। ਓਕੇ। ਅਸੀਂ ਉਰੇ ਆਏ ਸੀਗੇ ਐਸਐਸਪੀ ਦਫ਼ਤਰ। ਠੀਕ ਹੈ। ਇਹਨਾਂ ਦੇ ਬ੍ਰਦਰ ਤੇ ਪੰਮੇ ਦੇ ਜਿਹੜਾ ਛੋਟਾ ਬ੍ਰਦਰ ਆ ਉਹਦੇ ਤੇ ਪਰਚਾ ਕਰਾਇਆ ਇਹਨਾਂ ਨੇ ਨਜਾਇਜ਼। ਕਿੰਨਾਂ ਨੇ ਕਰਵਾਇਆ? ਇਹਨਾਂ ਨੇ ਜਿਹੜੇ ਨੇ ਅੱਜ ਮਾਰਕੁੱਟ ਕੀਤੀ ਆ। ਕੌਣ ਨੇ? ਕੁਛ ਇਹਨਾਂ ਦਾ ਨਾਮ ਪਤਾ? ਇਹ ਨਾਮ ਪਤਾ ਭਾਈ ਜੰਡਿਆਲੇ ਤੋਂ ਨੇ, ਇੰਨਾ ਪਤਾ ਵਾ, ਉतना ਪਛਾਣ ਨਹੀਂ ਹੈਗੀ। ਠੀਕ ਹੈ। ਤੇ ਪਰਚਾ ਉਸੇ ਐਸਐਸਪੀ ਦਫ਼ਤਰ ਇਨਕੁਆਇਰੀ ਲਿਖੀ ਹੋਈ, ਉਹਦੇ ਡਾਕੂਮੈਂਟ ਦੇਣ ਆਏ ਸੀਗੇ। ਐਸਐਸ ਕੋਈ ਚੱਕਰ ਚਾਹੀ ਸੀਗੇ ਇਨਕੁਆਇਰੀ ਚੱਕਰ। ਠੀਕ ਹੈ। ਉਸ ਤੋਂ ਬਾਅਦ ਤੁਸੀਂ ਇੱਥੇ ਖਾਣਾ ਖਾਣ ਆਏ ਤੇ ਪਿੱਛੋਂ ਆ ਕੇ ਤੁਹਾਡੇ ਹਮਲਾ ਕੀਤਾ? ਹਾਂਜੀ ਖਾਣਾ ਖਾਣ ਆਏ ਸੀਗੇ, ਉਸ ਤੋਂ ਬਾਅਦ ਪਿੱਛੋਂ ਆ ਕੇ ਹਮਲਾ ਕੀਤਾ। ਕਿੰਨੇ ਲੋਕ ਸਨ ਜਿਨ੍ਹਾਂ ਨੇ ਹਮਲਾ ਕੀਤਾ ਤੇ ਹਥਿਆਰ ਕਿਹੋ ਜਿਹੇ ਸੀ ਉਹਨਾਂ ਦੇ ਹੱਥ? ਭਾਜੀ 4 ਤੋਂ 5 ਜਣੇ ਸੀਗੇ ਜੀ। ਇਹ ਹਥਿਆਰ ਉਹਨਾਂ ਦੇ ਕਿਰਪਾਨਾਂ ਸੀਗੀਆਂ ਹੱਥ 'ਚ। ਹੁਣ ਇਸ ਵੇਲੇ ਹਾਲਾਤ ਕਿੱਦਾਂ ਦੇ ਨੇ ਪੰਮੇ? ਹਾਲਾਤ ਭਾਜੀ ਨਾਜ਼ੁਕ ਨੇ, ਬੋਲ ਨਹੀਂ ਰਹੇਗਾ ਜੀ, ਉਹਦੇ ਸੱਟਾਂ ਕਾਫੀ ਸੀਗੀਆਂ। ਦੇਖੋ ਜੀ, ਇੱਕ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਪ੍ਰਤਾਪ ਬਾਗ ਦੇ ਨੇੜੇ ਕਿ ਇੱਕ ਮੁੰਡੇ ਨੂੰ ਜਿਹੜਾ ਵਾ ਉਹਦੀ ਕਾਫੀ ਕੁੱਟਮਾਰ ਕੀਤੀ ਗਈ ਹੈ 4-5 ਮੁੰਡਿਆਂ ਨੂੰ ਦੁਆਰਾ ਉੱਥੇ। ਤੇ ਮੁੰਡੇ ਦਾ ਨਾਮ ਹੁਣ ਤੱਕ ਜਿਹੜਾ ਪਤਾ ਚੱਲਿਆ ਉਹ ਮੁਸਤਫਾ ਪੰਮਾ ਹੈ। ਇਹ ਲੁਧਿਆਣੇ ਦਾ ਰਹਿਣ ਵਾਲਾ ਹੈ ਤੇ ਇਹ ਇੱਥੇ ਜਿਹੜਾ ਜਲੰਧਰ ਆਇਆ ਹੋਇਆ ਸੀਗਾ ਤੇ ਇਹਦੀ 4-5 ਮੁੰਡਿਆਂ ਦੁਆਰਾ ਜਿਹੜੀ ਹੈ ਕਾਫੀ ਕੁੱਟਮਾਰ ਕੀਤੀ ਗਈ ਹੈ ਤੇ ਇਹਨੂੰ ਜਿਹੜਾ ਤੁਰੰਤ ਪ੍ਰਤਾਪ ਬਾਗ ਦੇ ਨੇੜੇ ਯੂਨਿਟੀ ਹਸਪੀਟਲ ਦੇ ਵਿੱਚ ਜਿਹੜਾ ਦਾਖਲ ਕਰਾਇਆ ਗਿਆ ਵਾ। ਫਿਲਹਾਲ ਇਹ ਐਮਰਜੈਂਸੀ ਦੇ ਵਿੱਚ ਹੈਗਾ ਵਾ। ਇਹਨੂੰ ਅਜੇ ਡਾਕਟਰ ਨੇ ਅਨਫਿਟ ਲਿਖਿਆ ਸਟੇਟਮੈਂਟ ਵਾਸਤੇ ਤੇ ਇਹਦੀ ਫੈਮਿਲੀ ਨਾਲ ਸਾਡਾ ਰਾਬਤਾ ਹੋਇਆ ਵਾ। ਉਹ ਵੀ ਜਲੰਧਰ ਆ ਰਹੇ ਨੇ ਤੇ ਜਿੱਦਾਂ ਹੀ ਉਹ ਆਉਂਦੇ ਨੇ ਤੇ ਉਹਨਾਂ ਤੋਂ ਅੱਗੇ ਮਾਮਲਾ ਕਲੀਅਰ ਕੀਤਾ ਜਾਏਗਾ ਤੇ ਇਹਦੇ ਤੇ FIR ਰਜਿਸਟਰ ਕਰਕੇ ਜਿਹੜੀ ਇਹਦੀ ਤਫਤੀਸ਼ ਕੀਤੀ ਜਾਏਗੀ। ਪਤਾ ਲੱਗੇ ਬੰਦੇ ਕੌਣ ਸੀਗੇ? ਨਹੀਂ ਜੀ, ਹਜੇ ਇਹੀ ਸਮਝ ਦੇ ਵਿੱਚ ਆਇਆ ਵਾ ਕਿ ਕੋਈ ਇਹਨਾਂ ਦੀ ਪੁਰਾਣੀ ਰੰਜਿਸ਼ ਦੇ ਚੱਲਦੇ ਕੋਈ 4-5 ਮੁੰਡਿਆਂ ਨੇ ਆ ਕੇ ਜਿਹੜੀ ਇਹਦੇ ਨਾਲ ਕੁੱਟਮਾਰ ਕੀਤੀ ਹੈ। ਬਾਕੀ CCTV ਫੁਟੇਜ ਜਿਹੜੀ ਹੈ ਅਸੀਂ ਕਢਵਾ ਲਈ ਹੈ ਤੇ ਉੱਥੇ ਲੋਕਲਸ ਨੇ ਵੀ ਜਿਹੜੀ ਵੀਡੀਓ ਬਣਾਈ ਸੀਗੀ ਉਹ ਸਾਡੇ ਕੋਲ ਆ ਗਈਆਂ ਨੇ। ਸਾਡੇ ਤਫਤੀਸ਼ੀ ਅਫਸਰ ਮੌਕੇ ਤੇ ਹੀ ਨੇ ਤੇ ਅੱਗੇ ਜਿਹੜੀ ਹੈ FIR ਰਜਿਸਟਰ ਕਰਕੇ कार्रवाई अमल में लानी है। अमृतसर पुलिस ने बब्बर खालसा इंटरनेशनल मॉड्यूल के 5 सदस्यों को काबू करने में बड़ी सफलता हासिल की है। पुलिस ने इनके पास एक हैंड ग्रेनेड और एक गैर कानूनी हथियार भी बरामद किया है, जिसके बाद जब पुलिस ने एक आरोपी से हथियार बरामद करने की कोशिश की तो अमृतसर के झब्बाल
रोड पर फतेहपुर इलाके में पुलिस और अपराधी में मुठभेड़ हो गई, जिसमें एक आरोपी घायल हो गया। इस संबंध में जानकारी देते हुए अमृतसर पुलिस कमिश्नर गुरप्रीत सिंह भुल्लर ने बताया कि गिरफ्तार किए गए 5 आरोपी ISI आतंकवादी नेटवर्क के लिए काम कर रहे थे और विदेशी गैंगस्टर जीवन फौजी की अगुवाई वाले BKI मॉड्यूल के ये सदस्य थे। उन्होंने बताया कि पकड़े गए आरोपियों की पहचान नरेश कुमार उर्फ बबलू, अभिनव भगत उर्फ अभी, अजय कुमार उर्फ अज्जू, सनी कुमार के तौर पर हुई है, जबकि एक नाबालिग है। उन्होंने बताया कि इन 5 आरोपियों ने मिलकर दोबारा ग्रेनेड हमला करने की योजना बनाई थी, लेकिन इससे पहले ही पुलिस ने उक्त आरोपियों को धर दबोचा। रिकवरी ऑपरेशन के दौरान आरोपी अजय कुमार ने सर्विस रिवॉल्वर छीन ली और पुलिस टीम पर गोलीबारी भी की और भागने की कोशिश की, जिसके बाद अपराधियों और पुलिस के बीच हुए मुकाबले में वह घायल हो गया, जिसका अभी उपचार चल रहा है। अमृतसर से हलचल के लिए सुनील खोसला की रिपोर्ट। ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੇ ਟੈਰਰ ਕ੍ਰਾਈਮ ਤੇ ਆਰਗੇਨਾਈਜ਼ਡ ਕ੍ਰਾਈਮ ਤੇ ਡਰੱਗਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਹੈ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ, ਕ੍ਰਿਮੀਨਲਸ ਦੇ ਖਿਲਾਫ ਲਗਾਤਾਰ ਐਕਸ਼ਨ ਜਾਰੀ ਹੈ ਔਰ ਡਰੱਗਸ ਦੇ ਉੱਤੇ ਵੀ ਐਕਸ਼ਨ ਔਰ ਰਿਕਵਰੀਜ਼ ਜਾਰੀ ਨੇ। ਉਹਦੇ ਤਹਿਤ ਇਹ ਜਿਹੜੇ 5 ਟੈਰਰ ਮੋਡਿਊਲ ਦੇ ਬੰਦੇ ਆ ਜਿਹੜੇ ਕਿ ਜੀਵਨ ਫੌਜੀ ਨਾਲ ਰਿਲੇਟਡ ਨੇ, ਇਹ ਬੰਦੇ 4 ਅਰੈਸਟ ਕੀਤੇ ਪੁਲਿਸ ਨੇ। ਇਹਦਾ ਇੱਕ ਦਾ ਜਿਹੜਾ ਮੇਨ ਹੈ ਅਜੇ ਕੁਮਾਰ ਏਲੀਅਸ ਅੱਜੂ, ਔਰ ਇਹਦੇ ਖਿਲਾਫ ਪਹਿਲਾਂ ਵੀ ਜਲੰਧਰ ਦੇ ਵਿੱਚ ਇੱਕ ਮੁਕੱਦਮਾ ਦਰਜ ਹੈ CP ਜਲੰਧਰ ਦੇ ਏਰੀਏ 'ਚ। ਔਰ ਇਹਦੇ ਜਿਹੜੇ ਸਾਥੀ ਨੇ ਨਰੇਸ਼ ਕੁਮਾਰ ਏਲੀਅਸ ਬੱਬੂ, ਅਭਿਨਵ ਭਗਤ ਏਲੀਅਸ ਅਭੀ, ਸਨੀ ਕੁਮਾਰ ਸਨ ਆਫ ਸੁਰਿੰਦਰ ਕੁਮਾਰ, ਔਰ ਇਹਨਾਂ ਦਾ ਇੱਕ 5ਵਾਂ ਸਾਥੀ ਜਿਹੜਾ ਜੁਵੀਨਾਈਲ ਹੈ ਜਿਹਦਾ ਨਾਮ ਨਹੀਂ ਮੈਂ ਡਿਸਕਲੋਜ਼ ਕਰਦਾ। ਇਹ 5 ਬੰਦੇ ਜਿਹੜੇ ਆ ਇਹ ਬਾਰਡਰ ਏਰੀਏ ਤੋਂ ਅਜਨਾਲਾ ਸੈਕਟਰ ਤੋਂ ਗ੍ਰਨੇਡ ਲੈ ਕੇ ਆਏ ਔਰ ਇਹਨਾਂ ਨੂੰ ਟਾਸਕ ਦਿੱਤਾ ਗਿਆ ਸੀ ਕਿ ਕਿਸੇ ਪੁਲਿਸ ਐਸਟੈਬਲਿਸ਼ਮੈਂਟ ਨੂੰ ਟਾਰਗੇਟ ਕੀਤਾ ਜਾਵੇ। ਪੁਲਿਸ ਦੀ ਸਖਤੀ ਕਰਕੇ ਆਪਣੇ ਕਾਮਯਾਬ ਨਹੀਂ ਹੋਏ ਔਰ ਉਨੀ ਦੇਰ 'ਚ ਅਰੈਸਟ ਹੋ ਗਏ। ਇਹਨਾਂ ਦੇ ਪੋਜੈਸ਼ਨ 'ਚੋਂ ਇੱਕ ਹੈਂਡ ਗ੍ਰਨੇਡ, ਇੱਕ 32 ਬੋਰ ਪਿਸਟਲ ਵਿਦ ਕਾਰਟ੍ਰਿਜਸ ਮਿਲੇ ਆ ਔਰ ਮੁੱਢਲੀ ਪੁੱਛਗਿੱਛ 'ਚ ਇਹ ਗੱਲ ਕਲੀਅਰ ਹੋਈ ਹੈ ਕਿ ਜਿਹੜਾ ਇਹ ਮੋਡਿਊਲ ਹੈ ਇਹਨਾਂ ਨੇ ਜਿਹੜਾ ਨਿਰੰਕਾਰੀ ਗਿਫਟ ਸਟੋਰ ਸੀਗਾ ਮਾਲਾਂ ਦੇ ਵਿੱਚ ਅੰਮ੍ਰਿਤਸਰ ਰੂਰਲ 'ਚ ਬੰਦੇ ਤੇ ਗੋਲੀ ਚੱਲੀ ਸੀ, ਜਿਹੜਾ ਮੋਟਰਸਾਈਕਲ ਇਹਨਾਂ ਨੇ ਪ੍ਰੋਵਾਈਡ ਕੀਤਾ ਸੀ। ਉਸ ਤੋਂ ਬਾਅਦ ਇਹ ਕੁਝ ਹੋਰ ਜਿਹੜੇ ਹੈਂਡ ਗ੍ਰਨੇਡ ਨੇ ਇਹਨਾਂ ਨੇ ਬਾਰਡਰ ਏਰੀਏ 'ਚ ਵੀ ਡਿਲੀਵਰੀਆਂ ਜਾ ਕੇ ਦਿੱਤੀ। ਇੱਕ ਹੋਰ ਹੈਂਡ ਗ੍ਰਨੇਡ ਉਸੇ ਮੋਟਰਸਾਈਕਲ ਤੇ ਜੀ? ਉਸ ਤੇ ਨਹੀਂ, ਅਲੱਗ ਗਏ ਸੀਗੇ। ਉਸ ਤੇ ਵੀ ਅਸੀਂ ਸਾਰਾ ਉਹ ਕਵਰ ਕਰ ਲਿਆ, ਆਪਣਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ। ਸੋ ਬੇਸਿਕਲੀ ਮੁੜ ਕੇ ਜਦੋਂ ਅੱਜੂ ਨੂੰ ਅਸੀਂ ਇੱਥੇ ਗੇਟ ਕੀ ਮਾਨ ਦੇ ਵਿੱਚ ਅਰੈਸਟ ਕੀਤਾ ਗਿਆ ਸੀ, ਸਾਡੇ ਇੰਸਪੈਕਟਰ ਮਨਜੀਤ ਕੌਰ ਤੇ ਇਹਨਾਂ ਦੀ ਪੁਲਿਸ ਪਾਰਟੀ ਜਦੋਂ ਇੱਧਰ ਆਏ ਸੀਗੇ ਇਸ ਏਰੀਏ 'ਚ, ਫਤਾਹਪੁਰ ਦਾ ਏਰੀਆ ਥਾਣਾ ਇਸਲਾਮਾਬਾਦ ਦਾ ਹੈ, ਜਿੱਥੇ ਇਹਨੇ ਕਿਹਾ ਸੀ ਮੈਂ ਪਿਸਤੌਲ ਲੁਕੋਇਆ ਹੋਇਆ। ਜਦੋਂ ਗੱਡੀ 'ਚੋਂ ਆਇਆ ਇਹਨੇ ਮਨਪ੍ਰੀਤ ਜਿਹੜਾ ਸਾਡਾ ਕਾਂਸਟੇਬਲ ਆ ਉਹਦਾ ਸਰਵਿਸ ਪਿਸਟਲ ਖੋਹ ਕੇ ਉਹਦੇ ਵੱਲ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਔਰ ਬੜੀ ਅਲਰਟਨੈਸ ਦਿਖਾਉਂਦੇ ਹੋਏ ਐਸਆਈ ਸ਼ਮਸ਼ੇਰ ਸਿੰਘ ਨੇ ਸੈਲਫ ਡਿਫੈਂਸ ਦੇ ਵਿੱਚ ਇੱਕ ਮਤਲਬ ਫਾਇਰ ਕੀਤਾ ਜਿਹੜਾ ਕਿ ਲੱਤ ਤੇ ਲੱਗਿਆ, ਜਿਹਦੇ ਤੇ ਸਿਵਲ ਹਸਪੀਟਲ 'ਚ ਐਡਮਿਟ ਕਰਾਇਆ ਗਿਆ ਅਜੇ ਕੁਮਾਰ ਏਲੀਅਸ ਅੱਜੂ ਨੂੰ। ਬਾਕੀ ਬੰਦੇ ਸਾਰੇ ਹਰਾਸ 'ਚ ਨੇ, ਇਹਨਾਂ ਦੀ ਪੁੱਛਗਿੱਛ ਜਾਰੀ ਹੈ। ਸੋ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਇੰਪੋਰਟੈਂਟ ਕ੍ਰਾਈਮ ਔਰ ਬੜਾ ਸੈਂਸੇਸ਼ਨਲ ਕ੍ਰਾਈਮ ਜਿਹਦੇ ਵਾਸਤੇ ਇਹਨੂੰ ਟਾਸਕ ਕੀਤਾ ਗਿਆ ਸੀ ਉਹ ਟਲਿਆ ਔਰ ਇਹਨਾਂ ਦਾ ਜਿਹੜਾ ਅਗਲਾ ਨੈਟਵਰਕ ਹੈ ਜਿਹੜਾ ਕਿ ਬਾਹਰੋਂ ਚੱਲ ਰਿਹਾ ਜਰਮਨੀ ਦੇ ਵਿੱਚ ਔਰ ਈਵਨ ਆਰਮੀਨੀਆ ਦਾ ਵੀ ਵਿੱਚ ਇਹਦੇ 'ਚ ਰੈਫਰੈਂਸ ਆਇਆ, ਉਹ ਸਾਰੇ ਜਿਹੜੇ ਇਹਦੇ ਹੈਂਡਲਰ ਨੇ ਔਰ ਗੋ ਬਿਟਵੀਨ ਨੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ। ਜਿਹੜਾ ਵੈਪਨ ਦਾ ਵੱਲੋਂ ਖਬਰੀ ਵਾਸਤੇ ਰੱਖਿਆ ਗਿਆ ਹੈ, ਕਿਤੇ ਵਰਤਿਆ ਵੀ ਗਿਆ ਪਹਿਲਾਂ ਇਹਨਾਂ ਦੇ ਵੱਲੋਂ? ਨਹੀਂ, ਉਹ ਵੈਪਨ ਤਾਂ ਰਿਕਵਰ ਨਹੀਂ ਹੋਇਆ, ਉਸ ਤੋਂ ਪਹਿਲਾਂ ਹੀ ਇਹ ਗੱਲ ਹੋ ਗਈ ਹੈ। ਤੇ ਬਾਕੀ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਇਹ ਜਿਹੜੇ ਇਨ ਟੱਚ ਨੇ ਜੇਲ੍ਹ ਕਰਕੇ ਪੁਰਾਣੇ ਔਰ ਪੈਸੇ ਦਾ ਲਾਲਚ ਇਹਨਾਂ ਨੂੰ ਦਿੱਤਾ ਗਿਆ। ਮੈਂ ਤੁਹਾਡੇ ਰਾਹੀਂ ਸਭ ਨੂੰ ਇਹ ਯੂਥ ਨੂੰ ਜ਼ਰੂਰ ਮੈਸੇਜ ਦੇਣਾ ਚਾਹੁੰਦਾ ਕਿ ਛੋਟੇ ਪੈਸੇ ਦੇ ਲਾਲਚ ਪਿੱਛੇ ਆਪਣੀ ਜ਼ਿੰਦਗੀ ਨਾ ਖਰਾਬ ਕਰਨ ਔਰ ਜੇਲ੍ਹਾਂ 'ਚ ਮੁੜ ਕੇ ਸਾਰੀ ਉਮਰ ਲੰਘ ਜਾਂਦੀ ਹੈ ਜਦੋਂ ਇਹੋ ਜਿਹੇ ਗਲਤ ਕੰਮਾਂ 'ਚ ਉਹ ਪੈ ਜਾਂਦੇ। अमृतसर में गैंगस्टर रवनीत सिंह उर्फ सोनू मोटे को सरेआम गोलियां मारकर मौत के घाट उतार देने का मामला सामने आया है। सूत्रों से मिली जानकारी के अनुसार अमृतसर के श्री दरबार साहिब के नज़दीक काठियां वाली बाजार में गैंगवार हुई और इस गैंगवार के दौरान रवनीत सिंह उर्फ सोनू मोटे को 5 गोलियां लगी, जिसकी अस्पताल में जाकर मौत हो गई। तो वहीं घटना की सूचना मिलते ही पुलिस की अलग अलग टीमें घटना स्थल पर पहुंची और
मामले की जांच शुरू की। गौरतलब रहे कि काठियावाला बाजार श्री दरबार साहिब के बिल्कुल नज़दीक है और उसके नज़दीक गैंगवार होने से कई तरह के सुरक्षा पक्षों को लेकर लोगों द्वारा सवाल उठाए जा रहे हैं। तो वहीं मौके पर पहुंचे एडीसीपी विशालजीत सिंह ने मीडिया से बातचीत करते हुए कहा कि दोपहर के समय रवनीत सिंह पर 2 व्यक्तियों द्वारा आकर गोलियां चलाई गई हैं, जिनमें से एक की पहचान हो गई है, जिसका नाम अभिजीत सिंह उर्फ अभी पहलवान है, जिसकी रवनीत सिंह के साथ पुरानी रंजिश थी और इसी रंजिश को लेकर उनके द्वारा गोलियां चलाई गई। फिलहाल पुलिस द्वारा अभिजीत सिंह पर मामला दर्ज किया गया है और आगे की कार्रवाई शुरू कर दी गई है। अमृतसर से हलचल के लिए सुनील खोसला की रिपोर्ट। ਇੱਕ ਕਾਠੀਆਂ ਵਾਲੇ ਬਾਜ਼ਾਰ ਇੱਕ ਸ਼ਾਮ ਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ, ਜਿਸ ਦੇ ਵਿੱਚ 2 ਨੌਜਵਾਨ ਜੋ ਐਕਟਿਵਾ ਤੇ ਜਾ ਰਹੇ ਸਨ, ਜਿਨ੍ਹਾਂ ਵਿੱਚੋਂ ਇੱਕ ਰਵਨੀਤ ਸਿੰਘ ਇਲੀਏ ਸੋਨੂ ਮੋਟਾ ਸੀਗਾ, ਉਸ ਨੂੰ 2 ਜਿਹੜੇ ਅਨਆਇਡੈਂਟੀਫਾਈਡ ਬੰਦਿਆਂ ਨੇ ਜਿਹੜਾ ਵਾ ਉਸ ਨੂੰ ਗੋਲੀ ਮਾਰੀ ਤੇ ਉਸ ਨੂੰ ਜਿਹੜਾ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀਗਾ। ਇਸ ਤੇ ਜਿਹੜੀ ਮੁੱਢਲੀ ਤਫਤੀਸ਼ ਕਰਦੇ ਆ, ਜਿਹੜਾ ਸਾਡੇ ਵੱਲੋਂ ਮੌਕੇ ਤੇ ਟੀਮਾਂ ਤੇ ਫੋਰੈਂਸਿਕ ਟੀਮਾਂ ਸਾਰੀਆਂ ਜਿਹੜੀਆਂ ਮੌਕੇ ਤੇ ਬੁਲਾਈਆਂ ਗਈਆਂ ਨੇ, ਸੀਸੀਟੀਵੀ ਜਿਹੜੇ ਆ ਤੇ ਹੋਰ ਚੀਜ਼ਾਂ ਨੂੰ ਜਿਹੜਾ ਖੰਗਾਲਿਆ ਗਿਆ ਹੈ। ਜਿਹੜਾ ਇੱਕ ਇਹਦੇ ਚੋਂ ਮੇਨ ਅਸੇਲੈਂਟ ਹੈ ਉਹ ਸਾਡੇ ਵੱਲੋਂ ਆਇਡੈਂਟੀਫਾਈ ਕਰ ਲਿਆ ਗਿਆ ਹੈ, ਜਿਸ ਦਾ ਨਾਮ ਅਭਿਰਾਜ ਸਿੰਘ ਹੈ। ਉਸ ਦੇ ਉੱਤੇ ਜਿਹੜਾ ਸਾਡੇ ਵੱਲੋਂ ਬਾਈ ਨੇ ਮੁਕੱਦਮਾ ਦਰਜ ਕਰਕੇ ਉਸ ਨੂੰ ਛੇਤੀ ਹੀ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ। ਕੋਈ ਰੰਜਿਸ਼ ਚੱਲਦੀ ਸੀ ਇਹਨਾਂ ਦੀ ਪੁਰਾਣੀ ਰੰਜਿਸ਼ ਸੀਗੀ ਜੀ, ਤੇ ਉਸ ਦੇ ਵਿੱਚ ਜਿਹੜਾ ਇਹਨਾਂ ਦੀ ਆਪਸੀ ਇੱਕ ਕੇਸ ਨੂੰ ਲੈ ਕੇ ਪੁਰਾਣੀ ਇਹਦੀ ਰੰਜਿਸ਼ ਸੀਗੀ। ਬਾਕੀ ਇਹਦੇ ਵਿੱਚ ਸਾਰੀ ਡਿਟੇਲ ਤੁਹਾਨੂੰ ਜਿਹੜੀ ਆ ਇਨਵੈਸਟੀਗੇਸ਼ਨ ਤੋਂ ਬਾਅਦ ਤੁਹਾਨੂੰ ਜਿਹੜੀ ਮੋਟਾ ਤੇ ਸਰ ਜਿਹੜਾ ਗੈਂਗਸਟਰ ਦੱਸਿਆ ਜਾ ਰਿਹਾ ਉਹ ਤੇ ਕਿੰਨੇ ਕੇਸ ਸੀਗੇ? ਜਿਹੜਾ ਸੋਨੂ ਜਿਹੜਾ ਡਿਸੀਜ਼ਡ ਆ ਉਸ ਦੇ ਉੱਤੇ ਵੀ ਜਿਹੜੇ ਪੁਰਾਣੇ 302 ਅਤੇ 307 ਦੇ ਕਰੀਬ 5 ਕੇਸ ਦਰਜ ਸਨ। ਤੇ ਇਸ ਦੀ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਬੰਦਾ ਫਿਗਰ ਆਊਟ ਹੋਇਆ ਉਸ ਨੂੰ ਉਸ ਤੋਂ ਜਿਹੜਾ ਅਗਲਾ ਬੰਦਾ ਆ ਉਸ ਨੂੰ ਵੀ ਸਾਡੇ ਵੱਲੋਂ ਆਇਡੈਂਟੀਫਾਈ ਕਰ ਲਿਆ ਜਾਵੇਗਾ ਤੇ ਇਹਨਾਂ ਦੋਵਾਂ ਦੋਸ਼ੀਆਂ ਨੂੰ ਜਿਹੜਾ ਵਾ ਜਲਦੀ ਗ੍ਰਿਫਤਾਰ ਕਰ ਲਿਆ ਜਾ ਰਿਹਾ ਸੀ ਸਰ ਇਹਨਾਂ ਦਾ। ਇਹ ਇਨੀਸ਼ੀਅਲੀ ਅਜੇ ਜਿਹੜਾ ਜਿੰਨਾ ਤੁਹਾਨੂੰ ਮੈਂ ਦੱਸ ਸਕਦਾ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਆਈ ਹੈ, ਬਾਕੀ ਇਹਦੀ ਸਾਰੀ ਡਿਟੇਲ ਜਿਹੜੀ ਸਾਡੇ ਵੱਲੋਂ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਤੇ ਸਾਰੀ ਸੀਸੀਟੀਵੀ ਜਿਹੜੀ ਖੰਗਾਲੀ ਜਾ ਰਹੀ ਹੈ। ਉਹ ਜਿਹੜੀ ਆ ਉਸ ਦੀ ਰਿਪੋਰਟ ਤੋਂ ਬਾਅਦ ਅਸੀਂ ਇਹ ਦੱਸ ਸਕਦੇ ਹਾਂ ਵੀ ਕਿੰਨੀਆਂ ਗੋਲੀਆਂ ਲੱਗੀਆਂ। ਕੀ ਹਾਲਾਤ ਨੇ ਉਹ ਜਿਹੜੇ ਡਾਕਟਰ ਸਾਹਿਬ ਜੋ ਰਿਪੋਰਟ ਦੇਣਗੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੱਤਾ ਜਾਏਗਾ। ਕਿਹਾ ਜਾ ਰਿਹਾ ਮੌਤ ਹੋ ਚੁੱਕੀ ਹੈ, ਉਹ ਕਨਫਰਮੇਸ਼ਨ ਜਦੋਂ ਆ ਜਾਏਗੀ, ਜੇ ਕੋਈ ਉਧਰੋਂ ਕੋਈ ਸਾਨੂੰ ਅਫੀਸ਼ੀਅਲ ਵਰਡਿਕਟ ਆਉਂਦਾ ਫਿਰ ਤੁਹਾਨੂੰ ਦੱਸ ਦਾਂਗੇ। ਸਰ ਅਭੀ ਤੁਹਾਨੂੰ ਪਹਿਲੇ ਕਨਫਰਮੇਸ਼ਨ ਆ ਗਈ ਪਰ ਪੁਲਿਸ ਦੱਸ ਨਹੀਂ ਰਹੀ ਇਸ ਬਾਰੇ। ਨਹੀਂ ਦੱਸ ਦਾਂਗੇ ਜੀ, ਤੁਹਾਨੂੰ ਜਦੋਂ ਕਨਫਰਮੇਸ਼ਨ ਆ ਗਈ ਤੁਹਾਨੂੰ ਦੱਸ ਦਿੱਤਾ ਜਾਵੇਗਾ। ਅਸੀਂ ਮੌਕੇ ਦੀ ਤਸਦੀਕ ਤੇ ਤਫਤੀਸ਼ ਕਰ ਰਹੇ ਹਾਂ। ਉਸ ਦੇ ਵਿੱਚ ਜੋ ਸਾਹਮਣੇ ਆਇਆ ਤੁਹਾਡੇ ਨਾਲ ਇੱਕ ਜਣਾ ਹੋਰ ਸੀਗਾ ਜਿਹੜਾ ਅੱਗੇ ਗੱਡੀ ਚਲਾ ਰਿਹਾ, ਜਿਹੜਾ ਐਕਟਿਵਾ ਚਲਾ ਰਿਹਾ ਸੀਗਾ, ਉਸ ਨੂੰ ਵੀ ਜਿਹੜਾ ਸਾਡੇ ਵੱਲੋਂ ਆਇਡੈਂਟੀਫਾਈ ਕਰ ਲਿਆ ਜਾਵੇਗਾ। ਸਰ ਕੋਈ ਅਭੀ ਤੇ ਪਹਿਲਾਂ ਵੀ ਮਾਮਲੇ ਦਰਜ ਸੀ? ਇਸ ਦੇ ਵਿੱਚ ਇਨੀਸ਼ੀਅਲ ਇਨਵੈਸਟੀਗੇਸ਼ਨ ਆ, ਤੁਹਾਨੂੰ ਸਾਰੀ ਡਿਟੇਲ ਜਿਹੜੀ ਆ ਜਦੋਂ ਇਸ ਨੂੰ ਅਰੈਸਟ ਕਰ ਲਿਆ ਜਾਵੇਗਾ ਤੁਹਾਨੂੰ ਸਾਰੀ ਸੀਸੀਟੀਵੀ ਸਰ ਸਾਰੀ ਜਗ੍ਹਾ ਤੇ ਇੰਸਟਾਲ ਹੈਗੇ, ਕੋਈ ਸੀਸੀਟੀਵੀ ਫੁਟੇਜ ਲੱਗੀ? ਸੀਸੀਟੀਵੀ ਫੁਟੇਜ ਸਾਰੀਆਂ ਟੀਮ ਸਾਡੀਆਂ ਲੱਗੀਆਂ ਹੋਈਆਂ ਨੇ। ਇਹਦੇ ਵਿੱਚ ਕੱਲੀ ਸੀਸੀਟੀਵੀ ਫੁਟੇਜ ਜਿਹੜੀ ਇਨਸੀਡੈਂਟ ਤੋਂ ਲੈ ਕੇ ਜਿਹੜੀਆਂ ਉਹਨਾਂ ਦੀ ਪਿੱਛਾ ਕਰਨ ਤੱਕ ਸਾਰੀਆਂ ਜਿਹੜੀਆਂ ਸੀਸੀਟੀਵੀ ਕਬਜ਼ੇ 'ਚ ਕੋਈ ਗ੍ਰਿਫਤਾਰੀ ਸਰ ਇਸ ਮਾਮਲੇ ਵਿੱਚ ਨਹੀਂ, ਅਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਆਇਡੈਂਟੀਫਾਈ ਕੀਤਾ ਤੇ ਛੇਤੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। मोगा पुलिस की ओर से युद्ध नशे के विरुद्ध मुहिम के तहत लगातार नशा तस्करों के खिलाफ कार्रवाई की जा रही है, जिसके चलते गत रात्रि गुरुजी मेडिकल स्टोर मेन चौक मोगा में ड्रग इंस्पेक्टर और पुलिस की ओर से संयुक्त तौर पर अदालत के आदेशानुसार रेड की गई। इस संबंध में जानकारी देते हुए डीएसपी सिटी रविंदर सिंह ने बताया कि अदालत के आदेशों पर गुरुजी मेडिकल स्टोर पर रेड की गई है, जहां से 1080 नशीली गोलियां और 4 शीशियां बरामद हुई हैं। उन्होंने बताया कि गत दिनों भीमनगर निवासी विजय कुमार को काबू कर उसके पास से 4,20,28,000 रुपयों की नशीली दवाएं और 52,500 रुपयों की ड्रग मनी भी बरामद हुई थी, जिससे पूछताछ के दौरान गुरुजी मेडिकल स्टोर के मालिक दीप गोयल का नाम नामजद किया गया था और दुकानदार दुकान बंद कर फरार हो गया था, जिसके चलते कार्रवाई करते हुए उक्त दुकान पर रेड की गई और दुकान से नशीली गोलियां बरामद हुई। इस दौरान ड्रग इंस्पेक्टर नवदीप संधू भी उपस्थित रहे। ਇਹ ਗੁਰੂ ਮੈਡੀਕਲ ਆ, ਇਹਨਾਂ ਦੇ ਜਿਹੜੇ ਓਨਰ ਹੈਗੇ ਆ ਉਹਨਾਂ ਦੇ ਖਿਲਾਫ ਪਹਿਲਾਂ ਇੱਕ ਪਰਚਾ ਦਰਜ ਹੋਇਆ। ਕਾਫੀ ਕਰੀਬ 12 ਲੱਖ ਦੇ ਕਰੀਬ ਗੋਲੀ ਪਹਿਲਾਂ ਫੜ ਹੋਈ ਆ। ਇਹਦੇ ਵਿੱਚ ਉਹਦੇ ਵਿੱਚ ਇਹ ਜੱਜ ਸਾਹਿਬ ਤੋਂ ਜਿਹੜੇ ਇਹ ਸਰਚ ਵਾਰੰਟ ਅੱਜ ਦੁਕਾਨ ਦੇ ਲਏ ਸੀ, ਨਾਲ ਡਰੱਗ ਇੰਸਪੈਕਟਰ ਸਾਹਿਬ ਸਾਡੇ ਨਾਲ ਤੇ ਐਸਐਚਓ ਸਾਹਿਬ, ਤੇ ਜਿਹੜੀਆਂ ਇਹਨਾਂ ਦੇ ਜੋ ਵੀ ਦਵਾਈਆਂ ਮਿਲੀਆਂ ਜਿਹੜੀਆਂ ਸੀਲ ਕੀਤੀਆਂ। ਹੁਣ ਅਗਲੀ ਕਾਰਵਾਈ ਚੱਲ ਰਹੀ ਆ, ਹੋਰ ਵੀ ਜਿਹੜੀਆਂ ਦੁਕਾਨਾਂ ਤੇ ਸਰਚ ਕੀਤੀ ਜਾਊਗੀ। ਕਿੰਨੀ ਕੁ ਰਿਕਵਰੀ ਕੀਤੀ ਗਈ? ਇਹਦੇ ਵਿੱਚ 1080 ਗੋਲੀਆਂ ਵਾ ਤੇ 4 ਜਿਹੜੀਆਂ ਸ਼ੀਸ਼ੀਆਂ ਹੈਗੀਆਂ ਨੇ। ਜੋ ਜਿਹੜਾ ਸਰ ਦੁਕਾਨ ਵਾਲਾ ਹੈਗਾ ਜੇ ਨਾਮਜ਼ਦ ਕੀਤਾ ਅਰੈਸਟ ਕਰ ਲਿਆ ਗਿਆ ਕਿ ਕਿਵੇਂ? ਨਹੀਂ, ਉਹ ਭੱਜੇ ਹੋਇਆ, ਉਹਨਾਂ ਦੇ ਜਲਦੀ ਉਹਨਾਂ ਤੇ ਵੀ ਅਰੈਸਟ ਕੀਤੇ ਜਾਣਗੇ। केंद्रीय सड़क परिवहन एवं राजमार्ग राज्य मंत्री हर्ष मल्होत्रा ने श्री हरिमंदिर साहिब में माथा टेका। इस अवसर पर उन्होंने श्री हरिमंदिर साहिब में गुरबानी कीर्तन सुना और सरबत के भले की अरदास की। केंद्रीय राज्य मंत्री को श्री दरबार साहिब के सूचना केंद्र में
एसजीपीसी पदाधिकारियों ने श्री दरबार साहिब का चित्र और धार्मिक पुस्तकों का सेट भेंट कर सम्मानित किया। पत्रकारों से बातचीत करते हुए उन्होंने कहा कि श्री दरबार साहिब के दर्शन करने के बाद उन्हें अपार खुशी और शांति मिली है। उन्होंने श्री दरबार साहिब में किए गए प्रबंधों की सराहना की। उन्होंने पहलगाम हमले की निंदा की और भारत सरकार को आश्वासन दिया कि प्रधानमंत्री और गृह मंत्री के नेतृत्व में भारत सरकार द्वारा आतंकवाद का सफाया किया जाएगा और किसी भी दोषी को बख्शा नहीं जाएगा। उन्होंने ये भी बताया कि दिल्ली अमृतसर कटरा एक्सप्रेस वे 1.5 वर्ष में भारत के लोगों को सौंपा जाएगा। अमृतसर से हलचल के लिए सुनील खोसला की रिपोर्ट। दरबार साहब आके श्री बाबा जी ਦੇ ਦਰਸ਼ਨ ਕੀਤੇ ਹੈ ਔਰ ਇੱਥੇ ਦਾ ਜਿਹੜੀ ਵਿਵਸਥਾ ਹੈ ਪ੍ਰਬੰਧਨ ਹੈ ਉਹ ਬਹੁਤ ਵਧੀਆ ਹੈ, ਬਹੁਤ ਖੂਬਸੂਰਤ ਹੈ। ਸਭ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਭ ਨੂੰ ਬਾਬਾ ਜੀ ਦੇ ਅੱਛੇ ਦਰਸ਼ਨ ਹੁੰਦੇ ਹੈ ਔਰ ਮੈਂ ਕਾਮਨਾ ਕੀਤੀ ਹੈ ਬਾਬਾ ਜੀ ਨੂੰ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਸੁਖ ਸ਼ਾਂਤੀ ਸਮਰਿੱਧੀ ਰਹੇ। ਸਤਿ ਸ਼੍ਰੀ ਅਕਾਲ। ਪੁਲਵਾਮਾ ਹਮਲੇ ਨੂੰ ਲੈ ਕੇ ਪਹਿਲਗਾਮ ਹਮਲੇ ਨੂੰ ਲੈ ਕੇ ਬਹੁਤ ਦੇਸ਼ ਦੇ ਵਿੱਚ ਡਰ ਦਾ ਮਾਹੌਲ ਹੈ, ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਸ਼ ਵਾਸੀਆਂ ਨੂੰ ਮੈਂ ਇਹ ਮੰਨਣਾ ਕਿ ਇਹ ਬਹੁਤ ਦੁਖਦ ਘਟਨਾ ਹੈ और बहुत कायराना घटना है। इनोसेंट देशवासियों ਨੂੰ किलिंग की गई है पर मैं भारत सरकार ਦਾ ਨੁਮਾਇੰਦਾ ਹੁੰਦੇ ਹੋਏ पूरे देश ਨੂੰ ਇਹ आश्वस्त करना चाहना कि यह क्षणिक आतंकवाद है और ਇਹਦਾ समूल नाश होएगा। आदरणीय प्रधानमंत्री नरेंद्र मोदी जी, गृह मंत्री आदरणीय साडे गृह मंत्री जी अमित शाह जी, ਉਹਨਾਂ ਦੇ ਨੇਤਰਤਵ ਦੇ ਵਿੱਚ ਇਸ ਗੱਲ ਦਾ ਮਾਕੂਲ ਜਵਾਬ ਵੀ ਦਿੱਤਾ ਜਾਏਗਾ ਔਰ ਇਹਦਾ ਜੋ ਵੀ ਉਹਨਾਂ ਨੇ ਆਤੰਕਵਾਦੀ ਘਟਨਾ ਜਿਨ੍ਹਾਂ ਨੇ ਵੀ ਕੀਤੀ ਹੈ ਔਰ ਜੋ ਇਹਦੇ ਪਿੱਛੇ ਹੈਗੇ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ। ਤੁਸੀਂ ਪੰਜਾਬ ਨਾਲ ਸੰਬੰਧਿਤ ਹੋ, ਖਾਸ ਕਰ ਅੰਮ੍ਰਿਤਸਰ ਨਾਲ ਸੰਬੰਧਿਤ ਹੋ, ਸੜਕ ਮਹਿਕਮਾ ਤੁਹਾਡੇ ਕੋਲ ਕੀ ਅੰਮ੍ਰਿਤਸਰ ਨੂੰ ਭਾਰਤਮਾਲਾ ਪ੍ਰੋਜੈਕਟ ਨਾਲ ਅੰਮ੍ਰਿਤਸਰ ਜਿਸ ਤਰ੍ਹਾਂ ਨਾਮ ਤੋਂ ਹੀ ਹੈ ਅੰਮ੍ਰਿਤ ਦਾ ਸਰੋਵਰ ਹੈ, ਇਹ ਬਾਬਾ ਜੀ ਦੀ ਕਿਰਪਾ ਹੈ। ਅੰਮ੍ਰਿਤਸਰ ਦੇ ਵਾਸੀਆਂ ਨੂੰ, ਪੰਜਾਬ ਦੇ ਵਾਸੀਆਂ ਨੂੰ ਅੰਮ੍ਰਿਤ ਹਰ ਵੇਲੇ ਮਿਲਦਾ ਹੈ। ਮੇਰੇ ਜਿੰਮੇ ਰੋਡ ਟਰਾਂਸਪੋਰਟ ਦਾ ਕੰਮ ਹੈ। ਦਿੱਲੀ ਅੰਮ੍ਰਿਤਸਰ ਕਟਰਾ ਦਾ ਹਾਈਵੇ ਮੈਂ ਸਮਝਣਾ 1.5 ਸਾਲ ਦੇ ਅੰਦਰ ਅੰਦਰ ਤਿਆਰ ਹੋ ਕੇ ਜਨਤਾ ਨੂੰ ਸਮਰਪਿਤ ਕੀਤਾ ਜਾਏਗਾ ਔਰ ਉਹਦੇ ਵਾਸਤੇ ਹੀ ਮੈਂ ਕੱਲ ਸਾਰਾ ਦਿਨ ਉਹਦੇ ਇੰਸਪੈਕਸ਼ਨ ਤੇ ਹੈਗਾ ਔਰ ਭਾਰਤ ਦੀ ਸਰਕਾਰ ਮੋਦੀ ਜੀ ਦੇ ਨੇਤਰਤਵ 'ਚ ਰੋਡ ਟਰਾਂਸਪੋਰਟ ਦਾ ਕੰਮ ਆਦਰਣੀय ਗਡਕਰੀ ਜੀ ਦੇ ਨੇਤਰਤਵ 'ਚ ਦੇਸ਼ ਦੇ ਵਿੱਚ ਬਹੁਤ ਅੱਛਾ ਚੱਲ ਰਿਹਾ ਹੈ। ਅਸੀਂ ਪਿਛਲੇ 10 ਸਾਲਾਂ 'ਚ 55,000 किलोमीटर ਦੇ ਹਾਈਵੇ ਤਿਆਰ ਕੀਤੇ ਹੈ ਔਰ ਪ੍ਰਤੀ ਦਿਨ ਲਗਭਗ 27-28 किलोमीटर पर डे नेशनल हाईवे तैयार हो रहा है और यह हाईवे सिर्फ कंक्रीट ਦੀ रोड नहीं है, यह देश ਦੀ तरक्की ਦੀ रोड है, यह देश ਦੀ इकोनॉमी ਨੂੰ ਵਧਾਉਣ ਵਾਲੀ रोड है। ਅਸੀਂ ਹਾਈਵੇ ਤੇ 1 ਰੁਪਿਆ ਲਗਾਉਂਦੇ ਆ ਤੇ ਦੇਸ਼ ਦੀ GDP ਦੇ ਵਿੱਚ ਉਹਦਾ 3 ਰੁਪਏ ਦਾ ਇਜ਼ਾਫਾ ਹੁੰਦਾ ਹੈ। मैं ਮੰਨਣਾ कि मोदी जी ਦੇ नेतृत्व ਦੇ ਵਿੱਚ देश बहुत तरक्की कर रहा है और देशवासियों वास्ते ਜਿਹੜੀ मोदी जी ने योजनाएं प्रारंभ कीतियां है ਉਹ 200 ਤੋਂ ਜ਼ਿਆਦਾ योजना गरीब कल्याण ਦੀ योजना है और देश ਦੇ 140 करोड़ लोगों ਨੂੰ टच ਕਰਨ ਦੀ योजना ਹੈਗੀ ਹੈ और मैं बिल्कुल इस गल तो आश्वस्त हाँ। आदरणीय मोदी जी ਦੇ नेतृत्व देश फिर विश्व गुरु होएगा। ਸੜਕੀ ਆਵਾਜਾਈ ਨੂੰ ਵਧਾਉਣ ਦੇ ਲਈ ਜਿੱਥੋਂ ਸਾਨੂੰ ਜ਼ਮੀਨਾਂ ਦੀ ਲੋੜ ਪੈਂਦੀ ਹੈ, ਕਿਸਾਨ ਕਈ ਵਾਰੀ ਅੜ ਜਾਂਦੇ ਨੇ ਕਿ ਜ਼ਮੀਨ ਨਹੀਂ ਦੇ ਰਹੇ, ਕੀ ਚਾਹੀਦਾ ਉਹਨਾਂ ਨੂੰ? ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਮਿਲੇ। ਫਿਰ ਵੀ ਕਈ ਵਾਰ ਉਹਨਾਂ ਦੀ ਆਪਣੀ ਕੋਈ ਮਜਬੂਰੀ ਹੁੰਦੀ ਹੈ, ਉਹਨਾਂ ਦੀ ਕੋਈ ਗੱਲ ਹੁੰਦੀ ਹੈ, ਅਸੀਂ ਉਹਦੇ ਵਾਸਤੇ ਵੀ ਫਲੈਕਸੀਬਲ ਰਹਿੰਦੇ ਆ, ਕੋਈ ਜ਼ਬਰਦਸਤੀ ਨਹੀਂ ਕਰਦੇ। ਪਰ ਇਹ ਦੇਸ਼ ਦੀ ਤਰੱਕੀ ਦੀ ਹੈ, ਇਲਾਕੇ ਦੀ ਤਰੱਕੀ ਦੀ ਗੱਲ ਹੈ। ਅਗਰ ਕਿਸੇ ਸ਼ਹਿਰ ਦੇ ਵਿੱਚੋਂ ਕਿਸੇ ਪਿੰਡ ਦੇ ਨੇੜਿਓਂ ਕੋਈ ਹਾਈਵੇ ਨਿਕਲੇਗਾ ਤੇ ਉਹਦੀ ਉਸ ਪਿੰਡ ਦੀ ਉਸ ਸ਼ਹਿਰ ਦੀ ਵੀ ਤਰੱਕੀ ਬਹੁਤ ਹੁੰਦੀ ਹੈ। ਤੇ ਇਸ ਕਰਕੇ ਮੇਰਾ ਤੇ ਸਭ ਦੇਸ਼ ਵਾਸੀਆਂ ਨੂੰ ਜਿਨ੍ਹਾਂ ਦੇ ਪਿੰਡ ਚੋਂ ਸ਼ਹਿਰ ਚੋਂ ਹਾਈਵੇ ਨਿਕਲਦਾ ਔਰ ਅਸੀਂ ਉਹਨਾਂ ਕੋਲੋਂ ਚਾਹੁੰਦੇ ਆ ਕਿ ਉਹ ਜ਼ਮੀਨ ਸਰਕਾਰ ਨੂੰ ਦੇਣ, ਉਹਦਾ ਵੱਧ ਤੋਂ ਵੱਧ ਮੁਆਵਜ਼ਾ, ਉਹਨਾਂ ਦੀ ਜ਼ਮੀਨ ਦੇ ਰੇਟ ਤੋਂ ਕਈ ਗੁਣਾ ਜ਼ਿਆਦਾ ਮੁਆਵਜ਼ਾ ਸਰਕਾਰ ਦਿੰਦੀ ਹੈ। ਅਸੀਂ ਇਹੀ ਨਿਵੇਦਨ ਕਰਾਂਗੇ ਕਿ ਦੇਸ਼ ਦੀ ਤਰੱਕੀ ਦੇ ਵਿੱਚ ਭਾਗੀਦਾਰ ਹੋ। जालंधर पुलिस ने नशे के खिलाफ चलाई गई मुहिम के तहत एक महिला नशा तस्कर सहित 2 नशा तस्करों के मकानों को ध्वस्त किया।
नशे के खिलाफ मुहिम के तहत कमिश्नरेट पुलिस ने नगर निगम की टीमों की मदद से जालंधर के अशोक विहार में महिला नशा तस्कर निशा चौधरी और दिलीप सिंह के मकानों को ध्वस्त किया। पुलिस पार्टी बुलडोजर और करीब 60 से 70 कर्मचारियों के साथ कार्रवाई करने घटनास्थल पर पहुंची। मौके पर पहुंची एडीसीपी आकर्षी जैन ने कहा कि महिला नशा तस्कर निशा खान उर्फ निशा चौधरी के खिलाफ एनडीपीएस एक्ट के 6 मामले दर्ज हैं। वहीं दूसरा आरोपी नशा तस्कर दिलीप सिंह उर्फ दिलीप है, जिसके खिलाफ भी नशा तस्करी के कई मामले दर्ज हैं। दोनों ने नशा तस्करी के पैसे से अवैध रूप से कंस्ट्रक्शन की हुई थी, जिसके चलते ये कार्रवाई की गई। दोनों आरोपी फिलहाल पुलिस की गिरफ्त से बाहर चल रहे हैं। युद्ध नशा विरुद्ध ਪੰਜਾਬ ਸਰਕਾਰ ਦੀ ਮੁਹਿੰਮ ਦੇ ਤਹਿਤ ਅੱਜ ਜਲੰਧਰ ਦੇ ਅਸ਼ੋਕ ਵਿਹਾਰ ਦੇ ਵਿੱਚ ਮਹਿਲਾ ਨਸ਼ਾ ਤਸਕਰ ਨਿਸ਼ਾ ਦਾ ਘਰ ਢਹਿ ਢੇਰੀ ਕੀਤਾ ਜਾਣਾ। ਤਸਵੀਰਾਂ ਦਿਖਾ ਦਿੰਦਾ ਮੈਂ ਇੱਕ ਵਾਰੀ। ਇਹ ਘਰ ਹੈਗਾ ਜਿਸ ਨੂੰ ਅੱਜ ਢਹਿ ਢੇਰੀ ਕੀਤਾ ਜਾਣਾ। ਹਾਲਾਂਕਿ ਜੋ ਜਾਣਕਾਰੀ ਮਿਲੀ ਹੈ 2022 ਦੇ ਵਿੱਚ ਆਖਰੀ ਮਾਮਲਾ ਦਰਜ ਕੀਤਾ ਗਿਆ ਸੀ। ਕੁੱਲ ਟੋਟਲ 6 ਮਾਮਲੇ ਦਰਜ ਹੈਗੇ ਨੇ ਔਰ ਇਸ ਮਹਿਲਾ ਤਸਕਰ ਦੇ ਘਰ ਨੂੰ ਅੱਜ ਢਹਿ ਢੇਰੀ ਕੀਤਾ ਜਾਣਾ। 11:30 ਦਾ ਟਾਈਮ ਰੱਖਿਆ ਗਿਆ ਹੈ। 11:30 ਵਜੇ ਦੇ ਵਿੱਚ तमाम ਵੱਡੇ ਅਧਿਕਾਰੀ ਪੁਲਿਸ ਦੇ ਸਲਾਮ ਲਸ਼ਕਰ ਦੇ ਨਾਲ ਇੱਥੇ ਪੁੱਜਣਗੇ ਔਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਘਰ ਜਿਹੜਾ ਹੈਗਾ ਇਹਦਾ ਨਕਸ਼ਾ ਪਾਸ ਨਹੀਂ ਹੈਗਾ, ਇਲੀਗਲ ਅਪਰੋਚਮੈਂਟ ਕੀਤੀ ਗਈ ਹੈ। ਇਸ ਕਰਕੇ ਇਸ ਘਰ ਨੂੰ ਢਹਿ ਢੇਰੀ ਕੀਤਾ ਜਾਣਾ ਹੈਗਾ। 2022 ਦੇ ਵਿੱਚ ਇਸ ਮਹਿਲਾ ਦੇ ਉੱਤੇ ਆਖਰੀ ਮਾਮਲਾ ਦਰਜ ਕੀਤਾ ਗਿਆ ਸੀਗਾ। ਨਸ਼ਾ ਤਸਕਰ ਹੈਗੀ ਹੈ ਔਰ ਇਲੀਗਲ ਅਪਰੋਚਮੈਂਟ ਕੀਤੀ ਗਈ ਹੈ। ਨਕਸ਼ਾ ਜਿਹੜਾ ਹੈਗਾ ਉਹ ਪਾਸ ਨਹੀਂ ਹੈਗਾ ਇਸ ਘਰ ਦਾ, ਜਿਸ ਕਰਕੇ ਇਸ ਘਰ ਨੂੰ ਢਹਿ ਢੇਰੀ ਕੀਤਾ ਜਾਣਾ ਹੈਗਾ। ਔਰ 11 ਵਜੇ ਅਸੀਂ ਪੂਰੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਵੀ ਦਿਖਾਵਾਂਗੇ। ਪਰ ਫਿਲਹਾਲ ਜੋ ਜਾਣਕਾਰੀ ਮਿਲੀ ਹੈ ਕਿ 6 ਮਾਮਲੇ ਇਸ ਮਹਿਲਾ ਤਸਕਰ ਤੇ ਦਰਜ ਹੈਗੇ ਨੇ। ਨਿਸ਼ਾ ਨਾਮ ਹੈਗਾ ਇਸ ਮਹਿਲਾ ਨਸ਼ਾ ਤਸਕਰ ਦਾ ਔਰ 11 ਵਜੇ ਦੇ ਕਰੀਬ ਪੂਰੀ ਪੁਲਿਸ ਫੋਰਸ म्यूनसिपल कारपोरेशन ਦੇ ਜਿਹੜੀ टीम हैगी है वो भी ਇੱਥੇ ਪੁੱਜੇਗੀ और उन्होंने इस घर ਨੂੰ ਢਹਿ ਢੇਰੀ ਕੀਤਾ ਜਾਣਾ। अमृतसर से संबंध रखने वाले भारतीय टीम के पूर्व क्रिकेटर और कांग्रेस के वरिष्ठ नेता नवजोत सिंह सिद्धू ने एक नई शुरुआत का ऐलान किया है। इस अवसर पर प्रेस कॉन्फ्रेंस करते हुए नवजोत सिंह सिद्धू ने कहा कि अब वे यूट्यूब चैनल चलाएंगे और लोगों के सामने कंटेंट पेश करेंगी। चैनल का नाम नवजोत सिद्धू ऑफिशियल होगा। नवजोत सिंह सिद्धू ने कहा कि वे बचपन से लेकर आज तक रोजाना सुबह उठते ही अरदास करते हैं, ये उनके माता पिता ने सिखाया था। नवजोत सिंह सिद्धू ने आगे कहा कि पूरा विश्व उनका परिवार है, सभी मानव जाति उनके भाई हैं, खुशियां फैलाना और भलाई करना उनका धर्म है। उन्होंने कहा कि ये ऐसी जगह होगी जिसमें वे राजनीति से प्रेरित कोई भी चीज़ नहीं करेंगे, सिर्फ अपनी ज़िंदगी से जुड़ी चीज़ें इस पर डालेंगे। वे कई ऐसी चीज़ें अपने चैनल पर रखेंगे जिससे लोगों को कुछ सीखने को मिलेगा। अमृतसर से हलचल के लिए सुनील खोसला की रिपोर्ट। आज एक जिंदगी के नए अध्याय का ओपनिंग, इट्स अ न्यू पेज दैट आई एम गोइंग टू अनफोल्ड। समस्त उन्नति का आधार है आत्मनिर्भरता। ये पहली बार है मेरी जिंदगी में कि मैं आत्मनिर्भर होके अपनी बात रखूं। इसमें कोई रिस्ट्रिक्शन नहीं है। आत्मनिर्भरता से मतलब ये भी है कि यहां से संपर्क रख के सच्ची बात, हाँ, इसमें सब कुछ होगा मेरी जिंदगी का। पॉलिटिक्स नहीं, इट विल हैव नो पॉलिटिक्स, दैट इज श्योर। लाइफ लॉन्ग इस जगह पे कोई पॉलिटिक्स नहीं। शुरुआत यहां से है कि बचपन से मैं एक अरदास करता हूं सवेरे उठ, और ये पहली बार बता रहा हूं, और ये मेरे माँ बाप ने मुझे संस्कार दिए। दुनिया में जितने चमत्कार हैं संस्कारों के ही हैं। इन्हें उठा डालो भगवान बना देते हैं, गिरा डालो हैवान बना देते हैं। और वो अरदास है कि ओ लॉर्ड, मेक मी एन इंस्ट्रूमेंट ऑफ योर गुडविल, कि मुझे अपनी इच्छा शक्ति, अपनी गुडविल का जरिया बना, और उस जरिए से अगर मैं थोड़ी भी तब्दीली ला सका हूं, किसी के जीवन को बेहतर कर सकूं, किसी के पोटेंशियल को अनलॉक कर सकूं, क्योंकि मैं जिंदगी में बड़े रगड़े खाए, तो बिना संघर्ष को गहना बनाए जिंदगी में कुछ हासिल नहीं। देयर इज नो शॉर्टकट इन लाइफ, देयर इज नो इंस्टेंट कॉफी इन लाइफ। जो भी बनता है आदमी एडवर्सिटी से ही बनता है, क्योंकि जिंदगी अगर उलझेगी नहीं तो सुलझेगी कैसे, और अगर बिखरेगी नहीं तो निखरेगी कैसे।
So therefore, this is probably the first platform where I am going to be devoting a lot of time of my life. It is inspired by those who have actually run my life. इसका जो catchword है, the whole world is my family, all mankind my brethren, to spread happiness and do good my religion. इसका नाम इस जगह का नवजोत सिद्धू ऑफिशियल। एक ऐसी जगह है जिथे बगैर पॉलिटिक्स दे मैं जिंदगी दा अपना हर लम्हा बड़े सवाल करते हैं, सर वो डाइट चार्ट चाहिए जी, बहुत सवाल, मतलब लखां तो उत्ते, लखां भी करोड़ां की गल करो, सर डाइट चार्ट चाहिए, सर तुसी वजन किवें लाया 30 किलो, ठीक है नहीं, इत्थों इत्थे किदां आए, सर फलां, सर टिमकां। तो मेरी लाइफ के फैसेट्स हैं, अगर मैं देखूं एक रेनबो है, जिंदगी की एक रेनबो है। पंजाब सरकार द्वारा चलाई जा रही मुहिम युद्ध नशे के विरुद्ध के तहत किए गए नशा मुक्ति मोर्चा के मालवा सेंट्रल के जोनल कोऑर्डिनेटर सुखजीत सिंह ढिलवा की ओर से फतेहगढ़ साहिब के जिला प्रबंधकीय कॉम्प्लेक्स में जिलाधीश और अन्य प्रशासनिक अधिकारियों के साथ मीटिंग की गई। इस अवसर पर मीडिया से बातचीत करते हुए जोनल कोऑर्डिनेटर सुखजीत सिंह ढिलवा ने कहा कि पंजाब सरकार द्वारा नशे को जड़ से खत्म करने के लिए युद्ध नशे के विरुद्ध मुहिम चलाई गई है, तो वहीं नशा मुक्ति मोर्चे का भी गठन किया गया है, जो गांव-गांव और हर वार्ड में जाकर नशा करने वाले नौजवानों के बारे में पता करता है और उन्हें नशा छुड़वाने के लिए जागरूक कर बड़े प्रयास करता है। उन्होंने कहा कि गांव स्तर पर भी इसकी कमेटियां बनाई जाएंगी। जिस तरह पंजाब सरकार वालों एक युद्ध नशा विरुद्ध जी मुहिम है जी शुरुआत की गई है, उसके तहत अगे इसमें अगे बढ़ाते हुए नशा मुक्ति मोर्चा एक टीम का जोड़ा वो गठित की गई है पंजाब सरकार वालों। उसने घर घर जाके हर पिंड च जाके हर वार्ड च जाके नशे नूं रोकण लई काम करना है। ਉਹਦੇ ਵਿੱਚ रल के ਜਿਹੜੀ अपना सरकार पुलिस एडमिनिस्ट्रेशन ਤੇ ਸਾਰੇ ਲੋਕ ਇਕੱਠੇ ਹੋ ਕੇ ਇਸ ਲੜਾਈ ਨੂੰ ਲੜਨ ਲਈ ਅਸੀਂ ਜਿਹੜੇ ਇਕਜੁੱਟ ਹੋ ਰਹੇ ਹਾਂ। ਸੋ ਸਭ ਤੋਂ ਪਹਿਲਾਂ ਪਿੰਡਾਂ 'ਚ ਵਿਲੇਜ ਡਿਫੈਂਸ ਕਮੇਟੀ ਬਣਾਈ ਗਈ ਨੇ, ਜਿਹੜੇ ਨਸ਼ਾ ਨੂੰ ਰੋਕਣ ਵਾਸਤੇ ਸਾਡਾ ਸਾਥ ਦੇਣਗੇ, ਉਹਨਾਂ ਬੰਦਿਆਂ ਨੂੰ ਆਇਡੈਂਟੀਫਾਈ ਕਰਨਗੇ ਜਿਹੜੇ ਨਸ਼ਾ ਵੇਚਦੇ ਨੇ, ਉਹਨਾਂ ਬਾਰੇ ਸਰਕਾਰ ਨੂੰ ਜਾਣਕਾਰੀ ਦੇਣਗੇ, ਪੁਲਿਸ ਨੂੰ ਜਾਣਕਾਰੀ ਦੇਣਗੇ। ਪਲੱਸ ਜਿਹੜੇ ਸਾਡੇ ਨੌਜਵਾਨ ਇਸ ਗਿਰਫਤ 'ਚ ਆ ਚੁੱਕੇ ਨੇ, ਇਸ ਰੋਗ ਜਿਹੜਾ ਉਹਨਾਂ ਨੂੰ ਲੱਗ ਚੁੱਕਿਆ ਉਹਨੂੰ ਰੋਕਣ ਲਈ, ਉਹਨਾਂ ਦਾ ਇਲਾਜ ਕਰਵਾਉਣ ਲਈ ਜਿਹੜੀ ਆ ਉਹ ਤਿਆਰੀ ਉਹ ਸਰਕਾਰ ਜਿਹੜਾ ਉਹ ਪਲਾਨ ਕਰ ਰਹੀ ਹੈ। ਜਿਹੜੇ ਨਵੇਂ ਸਾਡੇ ਨਸ਼ਾ ਛਡਾਊ ਸੈਂਟਰ ਨੇ ਉੱਥੇ ਉਹਨਾਂ ਨੂੰ ਭਰਤੀ ਕਰਵਾਇਆ ਜਾਊਗਾ। ਜੇ ਕਿਤੇ ਲੱਗਦਾ ਹੈ ਕਿ ਬਹੁਤ ਜ਼ਿਆਦਾ ਸੰਖਿਆ ਵਧੀ ਹੈ, ਜਿਸ ਤਰ੍ਹਾਂ ਕਰੋਨਾ 'ਚ ਪਿੰਡਾਂ 'ਚ ਕੁਆਰੰਟਾਈਨ ਸੈਂਟਰ ਬਣਾਏ ਗਏ ਸੀ, ਸੋ ਸਰਕਾਰ ਦੀ ਇਹ ਪ੍ਰੋਵੀਜ਼ਨ ਹੈ ਕਿ ਉੱਥੇ ਉਹਨਾਂ ਦਾ ਪਿੰਡ ਪੱਧਰ 'ਤੇ ਉੱਥੇ ਉਹਨਾਂ ਦਾ ਇਲਾਜ ਕਰਵਾਇਆ ਜਾਊਗਾ। ਉਸ ਤੋਂ ਬਾਅਦ ਨਸ਼ਾ ਛੱਡਣ ਤੋਂ ਬਾਅਦ ਦੁਬਾਰਾ ਉਹ ਮਾੜੀ ਸੰਗਤ 'ਚ ਦੁਬਾਰਾ ਫਿਰ ਤੋਂ ਨਾ ਆਉਣ, ਇਹਦੇ ਲਈ ਸਰਕਾਰ ਉਹਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦਾ ਜਿਹੜਾ ਕੰਮ ਆ ਉਹ ਵੀ ਕਰੂਗੀ। ਪਲੱਸ ਯੂਥ ਕਲੱਬ ਆ ਜਿਹੜੇ ਉਹ ਉਹਨਾਂ 'ਤੇ ਕੰਮ ਕਰਨਗੇ, ਨਵੇਂ ਖੇਡ ਗਰਾਊਂਡ ਪਿੰਡਾਂ 'ਚ ਬਣਾਏ ਜਾਣਗੇ ਤਾਂ ਜੋ ਨਸ਼ੇ ਤੋਂ ਬਾਅਦ ਖੇਡ ਗਰਾਊਂਡਾਂ ਨਾਲ ਜੁੜ ਕੇ ਚੰਗੀ ਸਿਹਤ ਵੱਲ ਜਾ ਸਕਣ। ਤੇ ਨਾਲ ਹੀ ਜੇ ਕੋਈ ਉਹ ਰੋਜ਼ਗਾਰ ਕਰਨਾ ਚਾਹੁੰਦੇ ਨੇ ਤਾਂ ਸਰਕਾਰ ਉਹਨਾਂ ਨੂੰ ਫਾਈਨੈਂਸ਼ੀਅਲੀ ਉਹਨਾਂ ਦੀ ਮਦਦ ਕਰੂਗੀ, ਉਹਨਾਂ ਨੂੰ ਫਾਈਨਾਂਸ ਕਰੂਗੀ। ਸੋ ਇਸ ਤਰ੍ਹਾਂ ਨਾਲ ਅੱਗੇ ਸਟੈਪ ਬਾਏ ਸਟੈਪ ਕਾਫੀ ਕੰਮ ਹੈ ਜਿਹੜੇ ਉਹ ਸਰਕਾਰ ਵੱਲੋਂ ਕਰਨੇ ਨੇ ਆਉਣ ਵਾਲੇ ਟਾਈਮ 'ਚ। ਸੋ ਸਰਕਾਰ ਦਾ ਮੇਨ ਜਿਹੜਾ ਮਕਸਦ ਇਹ ਹੈ ਕਿ ਹਰ ਉਹ ਕੰਮ, ਹਰ ਉਹ ਸੰਭਵ ਯਤਨ ਕਰਨਾ ਹੈ ਜਿਹੜਾ ਨਸ਼ੇ ਦੀ ਰੋਕਥਾਮ ਲਈ ਕੀਤਾ ਜਾ ਸਕਦਾ ਹੈ। ਸੋ ਉਹਦੇ ਲਈ ਅੱਜ ਸਾਰੇ ਅਸੀਂ ਫਤਿਹਗੜ੍ਹ ਸਾਹਿਬ ਦੇ ਮਾਨਯੋਗ ਡੀਸੀ ਸਾਹਿਬ, ਸਾਰਾ ਪ੍ਰਸ਼ਾਸਨ ਅੱਜ ਅਸੀਂ ਇਕੱਠੇ ਹੋ ਕੇ ਸਾਡਾ ਜਿਹੜਾ ਪਹਿਲਾ ਇਵੈਂਟ ਹੈ VDC ਕਮੇਟੀਜ਼ ਦੀ ਜਿਹੜੀ ਮੀਟਿੰਗ ਹੈ 3 ਤਰੀਕ ਨੂੰ ਇੱਥੇ ਹੋਣੀ ਹੈ, ਉਹਦੇ ਲਈ ਅੱਜ ਸਾਡੀ ਇਹ ਮੀਟਿੰਗ ਹੋਈ ਹੈ। ਸੋ ਆਉਣ ਵਾਲੇ ਟਾਈਮ 'ਚ, ਆਉਣ ਵਾਲੇ ਦਿਨਾਂ 'ਚ ਹੋਰ ਵੀ ਜਿਹੜੇ ਪ੍ਰੋਗਰਾਮ ਹੋਣੇ, ਸਟੈਪ ਬਾਏ ਸਟੈਪ ਯਾਤਰਾਵਾਂ ਹੋਣੀਆਂ ਨੇ, CM ਸਾਹਿਬ ਪਿੰਡਾਂ 'ਚ ਆਉਣਗੇ। ਸੋ ਉਹਦੇ ਲਈ ਵੀ ਅਸੀਂ ਉਸ ਤੋਂ ਬਾਅਦ ਫਿਰ ਦੁਬਾਰਾ ਇਕੱਠੇ ਹੋਵਾਂਗੇ। ਸੋ ਅੱਜ ਇਕੱਠੇ ਹੋਣ ਦਾ ਮਕਸਦ ਇਹ ਸੀਗਾ। पाकिस्तान के सिंध प्रांत की हिंदू महिला कांता ने भारत आने के पीछे के भावनात्मक और सामाजिक कारणों को साझा किया। कांता ने बताया कि वे अपनी बेटी की डिलीवरी के लिए 1.5 महीने के वीज़ा पर भारत आई थी, जो यहाँ पुणे में रह रही है। उन्होंने कहा कि पाकिस्तान के सिंध में हिंदू परिवारों के लिए स्थितियाँ अनुकूल नहीं हैं। कांता ने कहा कि वे वहाँ बहुत ही
दबाव में रहते हैं, उनका परिवार सुरक्षित नहीं है। इसलिए उनका पूरा परिवार चाहता है कि वे भारत आकर स्थायी रूप से बस जाएं। कांता ने जम्मू कश्मीर के पहलगाम में हाल ही में हुई दुखद घटना पर भी गहरा दुख व्यक्त किया। वे भावुक हो गई और बोली कि वे बहुत ही दर्दनाक दिन था। वे उस दिन खूब रोईं। ऐसी घटनाएं बहुत ही दर्दनाक होती हैं, चाहे वे कहीं भी घटित हों। उन्होंने कहा कि भगवान उन्हें नहीं छोड़ेंगे। भारत में अपने अनुभव के बारे में उन्होंने कहा कि उन्हें यहाँ अपनापन और सुरक्षा की भावना महसूस होती है। कांता ने स्पष्ट रूप से कहा कि वे भारत को अपना घर मानते हैं। पाकिस्तान से आए हिंदू शरणार्थी परिवारों की ये कहानी इस बड़ी सच्चाई को उजागर करती है कि अल्पसंख्यक समुदायों के कई लोग सुरक्षित और सम्मानजनक जीवन की तलाश में भारत आने को मजबूर हो रहे हैं। अमृतसर से हलचल के लिए सुनील खोसला की रिपोर्ट। मेरा नाम कांता है भाई साहब। कहाँ के रहने वाले हैं? हम सिंध के रहने वाले हैं। कहाँ के? सिंध के। ठीक है, तो आज वापस जा रहे हैं जा रहे पाकिस्तान? हैं हम। हाँ, वापस जा रहे हैं। कितने दिन के वीजे पर आए थे? मैं 1.5 महीने की विजिट पे आई थी। 1 महीना मैंने बढ़वाया, मेरी तबीयत खराब हो गई थी, फिर नेकाली नहीं दे रहे थे। अभी ये हो गया तो नेकाली मिल गई है। अभी जा रहे। किसके पास आए थे आप? मैं अपनी बेटी के पास आई आपकी बेटी है थी। यहाँ हाँ, पर? वो यहाँ पर मैरिड है? हाँ, वो शादी करके इधर ही आई थी, पुणे में रहती है वो। ठीक है, तो आज वापस जाना पड़ रहा है, वापस किस तरह से देखते हो? देखते हैं, जैसा ये हालात बन गए तो गुरु करेगा, अच्छा ही हालात बनेगा आगे। जो पहलगाम में पहलगाम में इंसानियत के नाते कैसे देखते हो उसको? वो बहुत दर्दनाक थे, देख नहीं सके हम, बहुत रोए थे इस देख के। इतना गुरु किसी के साथ नहीं करे, किसी के साथ नहीं हो। कश्मीर के पहलगाम में आतंकी हमले के कारण पूरे देश में रोष पाया जा रहा है, जिसके चलते अबोहर की धार्मिक संस्था बजरंग दल हिंदुस्तान की ओर से पाकिस्तान के खिलाफ नारेबाजी की गई और पुतला फूंककर रोष प्रदर्शन भी किया गया। इस अवसर पर दल के नेताओं ने कहा कि भारत सरकार आतंकियों को ऐसी सजा दे जिससे दुश्मन देश आगे से इस तरह की घिनौनी हरकत करने की हिम्मत ना कर सके। प्रवीण मैदान जी ਅੱਜ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਪੁਤਲਾ ਫੂਕਿਆ ਗਿਆ ਇਹ ਸਾਡੇ ਮਨਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ। ਪਹਿਲਗਾਮ ਦੇ ਵਿੱਚ ਸਾਡੇ ਜੋ ਸਮਾਜ ਦੇ ਲੋਕ ਨੇ ਉੱਥੇ ਬੈਠੇ ਸੀਗੇ, ਅਣਚੇਤ ਆ ਕਿ ਅੱਤਵਾਦੀਆਂ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ। ਹਮਲਾ ਪੁੱਛ ਕੇ ਹਮਲਾ ਕੀਤਾ ਗਿਆ ਵੀ ਤੇਰਾ ਨਾਂ ਕੀ ਹੈ। ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਉਹ ਬੇਗੁਨਾਹ ਲੋਕ, ਸਾਡੇ 26 ਲੋਕ ਪਰਿਵਾਰ ਜਿਹੜੇ ਮਾਰੇ ਗਏ ਨੇ, ਉਹ 26 ਮੈਂਬਰ ਸਾਡੇ ਹਿੰਦੂ ਮੈਂਬਰ ਸਾਡੇ ਮਾਰੇ ਗਏ ਨੇ। ਔਰ ਮਾਰਨ ਵਾਲੇ ਜਿਹੜੇ ਸੀਗੇ ਇਹ ਲੋਕ ਕਰਦੇ ਵੀ ਅੱਤਵਾਦੀ ਨਹੀਂ ਸੀ ਉਹ। ਮੈਂ ਤਾਂ ਇੱਕ ਸ਼ਰੇਆਮ ਇਹ ਗੱਲ ਕਹਿਣਾ ਹੈ ਵੀ ਉਹ ਮੁਸਲਮਾਨਾਂ ਦੇ ਰੂਪ ਦੇ ਵਿੱਚ ਉੱਥੇ ਅਸਲਾ ਲੈ ਕੇ ਪਹੁੰਚੇ ਔਰ ਸਾਡੇ ਲੋਕਾਂ ਤੇ ਉਹਨਾਂ ਤੇ ਹਮਲਾ ਕੀਤਾ। ਉਹਨਾਂ ਦਾ ਇੱਕ ਬਹੁਤ ਵੱਡਾ ਮਕਸਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਰਨਾਥ ਦੀ ਜਿਹੜੀ ਯਾਤਰਾ ਸ਼ੁਰੂ ਹੋਣ ਵਾਲੀ ਹੈ ਅਗਲੇ ਮਹੀਨੇ, ਉਸ ਯਾਤਰਾ ਤੇ ਦਬਾਅ ਪਾਉਣਾ ਚਾਹੁੰਦੇ ਸੀਗੇ। ਪਰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਤੇ ਹਿੰਦੂ ਸਮਾਜ ਦੱਸ ਦੇਣਾ ਚਾਹੁੰਦਾ ਹੈ ਕਿ ਜਿਹੜੀ ਯਾਤਰਾ ਉਸੇ ਤਰ੍ਹਾਂ ਚੱਲਦੀ ਰਹੇਗੀ। ਪਿਛਲੇ ਸੈਂਕੜੋਂ ਸਾਲ ਤੇ ਉਹ ਯਾਤਰਾ ਜਿਹੜੀ ਚੱਲਦੀ ਆ ਰਹੀ ਹੈ ਉਸੇ ਤਰ੍ਹਾਂ ਚੱਲੇਗੀ। ਉਹਦੇ ਤੇ ਦਬਾਅ ਨਾ ਤਾਂ ਅੱਜ ਪਿਆ ਨਾ ਕੱਲ ਪਿਆ, ਐਸੇ ਤਰ੍ਹਾਂ ਰੂਟੀਨ ਦੇ ਵਿੱਚ ਉਹ ਯਾਤਰਾ ਜਿਵੇਂ ਪਹਿਲਾਂ ਚੱਲਦੀ ਸੀ ਉਵੇਂ ਚੱਲੇਗੀ। ਅੱਤਵਾਦ ਤੋਂ ਨਾ ਤਾਂ ਅਸੀਂ ਅੱਜ ਡਰਨ ਵਾਲੇ ਹਾਂ ਨਾ ਕੱਲ ਡਰਨ ਵਾਲੇ ਹਾਂ। ਦੂਸਰੀ ਬੇਨਤੀ ਹੈ ਸਾਡੀ, ਅਸੀਂ ਕੇਂਦਰ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਜੰਮੂ ਕਸ਼ਮੀਰ ਦੇ ਵਿੱਚ ਜਲਦ ਦਖਲ ਦੇ ਕੇ ਰਾਸ਼ਟਰਪਤੀ ਰਾਜ ਲਾਗੂ ਲਾ ਕੇ ਉੱਥੇ ਮਿਲਟਰੀ ਨੂੰ ਉੱਥੇ ਕਵਰ ਕੀਤਾ ਜਾਵੇ ਤੇ ਜਿਹੜੀ ਯਾਤਰਾ ਦੀ ਹੈ ਉਹਦੀ ਸੁਰੱਖਿਆ ਵਧਾਈ ਜਾਵੇ। ਜੈ ਸ਼੍ਰੀ ਰਾਮ ਜੀ। ਜਿਹੜੀ ਪੁਲਵਾਮਾ ਗਾਂਵ ਜਿਹੜਾ ਹੋਇਆ ਗਾਂਵ ਦੇ ਵਿੱਚ ਜਿਹੜਾ ਘਟਨਾ ਹੋਈ ਹੈ ਜੰਮੂ ਕਸ਼ਮੀਰ ਦੇ ਵਿੱਚ, ਉਹ ਬੜੀ ਹੀ ਨਿੰਦਨੀय ਘਟਨਾ। ਜਿਹੜੇ 26 ਪਰਿਵਾਰ ਆਤੰਕਵਾਦੀਆਂ ਨੇ ਮੌਤ ਦੇ ਘਾਟ ਉਤਾਰਤਾ, ਚੁਣ ਕੇ ਧਰਮ ਪੁੱਛ ਕੇ। ਉਸ ਘਟਨਾ ਦੀ ਬਜਰੰਗ ਦਲ ਹਿੰਦੁਸਤਾਨ ਨਿੰਦਾ ਕਰਦਾ ਹੈ ਤੇ ਅਸੀਂ ਮੋਦੀ ਸਰਕਾਰ ਤੋਂ ਬੇਨਤੀ ਕਰਦੇ ਹਾਂ ਵੀ ਪਾਕਿਸਤਾਨ ਨੂੰ ਹੁਣ ਮੂੰਹ ਤੋੜ ਕੇ ਜਵਾਬ ਦੇਣਾ ਪੈਣਾ ਹੈ। ਮੂੰਹ ਤੋੜ ਜਵਾਬ ਨਹੀਂ ਦਿੱਤਾ ਤਾਂ ਅਸੀਂ ਮੋਦੀ ਸਰਕਾਰ ਦੇ ਖਿਲਾਫ ਵੀ ਧਰਨਾ ਪ੍ਰਦਰਸ਼ਨ ਕਰਾਂਗੇ ਤੇ ਸੜਕਾਂ ਤੇ ਉਤਰਾਂਗੇ। ਜੈ ਸ਼੍ਰੀ ਰਾਮ ਜੀ। ਰਾਹੁਲ ਭਾਰਦਵਾਜ, ਬਜਰੰਗ ਦਲ ਹਿੰਦੁਸਤਾਨ ਤੋਂ ਨਗਰ ਅਧਿਕਸ਼ ਜੀ। ਅੱਜ ਜੀ ਅਸੀਂ ਪੁਤਲਾ ਫੂਕਿਆ ਹੈ ਪਾਕਿਸਤਾਨ ਦਾ ਤੇ ਮਮਤਾ ਬਨਰਜੀ ਦਾ। ਮਮਤਾ ਬਨਰਜੀ ਨੇ ਉਹਨਾਂ ਦੀ ਸਰਕਾਰਾਂ ਜਿਹੜੀ ਚੱਲ ਰਹੀਆਂ ਨੇ ਹਿੰਦੂਆਂ ਦੇ ਨਾਲ ਕੀ ਘਟਨਾ ਹੋਈਆਂ ਨੇ, ਮਾਰਾ ਕੁੱਟੀ ਕੀਤੀਆਂ ਗਈਆਂ ਨੇ, ਠੀਕ ਹੈ, ਉਹਨਾਂ ਦਾ ਨਰਸੰਹਾਰ ਕੀਤਾ ਗਿਆ ਹੈ, ਗਾਰੂ ਜਾੜ ਦਿੱਤੇ ਗਏ ਨੇ ਹਿੰਦੂਆਂ ਦੇ। ਅੱਜ ਉਹੀ ਸ੍ਰੀਨਗਰ ਦੇ ਵਿੱਚ ਜਿਹੜਾ ਹਿੰਦੂਆਂ ਦੇ ਨਾਲ ਕੀਤਾ ਗਿਆ, ਉੱਥੇ ਗੋਲੀਆਂ ਦੇ ਨਾਲ ਹਿੰਦੂਆਂ ਨੂੰ ਮਾਰ ਦਿੱਤਾ ਗਿਆ। ਤਾਂ ਸਾਡੀ ਇੱਕੋ ਹੀ ਅਰਜ਼ੀ ਹੈਗੀ ਹੈ ਮੋਦੀ ਸਰਕਾਰ ਨੂੰ ਕਿ ਇਹ ਜਿਹੜੇ ਆਤੰਕਵਾਦ ਫੈਲੇ ਹੋਏ ਨੇ ਜਗ੍ਹਾ ਜਗ੍ਹਾ ਤੇ, ਇਹਨਾਂ ਨੂੰ ਠੱਲ ਪਾਈ ਜਾਵੇ
ਔਰ ਇਹਨਾਂ ਨੂੰ ਅੰਦਰ ਤਾੜ ਕੇ ਇਹਨਾਂ ਦੇ ਨੱਟ ਕਸੇ ਜਾਣ। जालंधर के बस्ती दानिशमंदा के अधीन आते न्यू शिवाजी नगर की रहने वाली निहारिका ने 8वीं कक्षा में अच्छे अंक हासिल कर अपने माता पिता, स्कूल अध्यापकों, प्रिंसिपल और स्कूल का नाम रोशन किया है, जिसके चलते कैबिनेट मंत्री महेंद्र भगत को जब इस बात का पता चला तो वे विशेष रूप से छात्रा निहारिका के घर पहुंचे और उसे सम्मानित कर उसे बधाई दी। इस अवसर पर कैबिनेट मंत्री ने निहारिका का मुंह मीठा करवाकर उसके उज्जवल भविष्य की कामना की। इस अवसर पर निहारिका के पिता परमजीत, माता टीना, रामतीरथ सहित अन्य इलाकावासी भी उपस्थित रहे। जालंधर से हलचल के लिए कैमरामैन जगमोहन की रिपोर्ट। दानिशमंदा दी रहने वाली हाँ। अज भगत जी साडे घर आए सी। मेरी बेटी ने 8th क्लास चों मैरिट लिस्ट विच वधिया नंबर ले हैं। इन्हें 600 चों 500 वधिया 590 नंबर ले हैं, जिस करके भगत जी मेरी बेटी को सम्मानित करने वास्ते साडे घर आए सन। तो कितना लगता है कितना खुशी कितना लगती भी तो भई इन्हें बच्चे बहुत अच्छे नंबर लेके आया तो कितना लगता है? ज़्यादा खुशी फील हो रही है। मेरे बच्चे ने मेरा नाम अपने महल्ले का नाम रोशन किया। मैं बहुत ज़्यादा खुशी फील हो रही है। हाँ बेटे तेन कितना लगता है अज? हाँ मैंने भी बहुत ज़्यादा खुशी होती है कि मेरे वधिया नंबर आए। टीचर्स वगैरह ने बहुत हेल्प की थी मेरी पढ़ाई में। ये स्कूल केड़ा बैठे तो मेरा गवर्नमेंट गर्ल्स सीनियर सेकेंडरी स्कूल बस्ती शेख। की नाम बेटा तेरा? मेरा निहारिका। बहुत ही प्यारी बच्ची निहारिका जिसने मिडिल क्लास ਦੇ ਵਿੱਚ ਸਰਕਾਰੀ ਸਕੂਲ 'ਚ ਪੜ੍ਹ ਕੇ 600 ਵਿੱਚੋਂ 590 ਨੰਬਰ ਲਏ ਹਨ ਔਰ ਨਾਲ ਹੀ ਜ਼ਿਲ੍ਹੇ ਦੇ ਵਿੱਚੋਂ ਡਿਸਟ੍ਰਿਕਟ ਤੋਂ ਨੰਬਰ 1 ਆਈ ਹੈ, ਫਸਟ ਇਨ ਡਿਸਟ੍ਰਿਕਟ। ਸੋ ਇਹ ਬੱਚੀ ਨੇ ਬਹੁਤ ਹੀ ਇੱਕ ਅੱਛੇ ਨੰਬਰ ਲੈ ਕੇ ਜਿੱਥੇ ਸਾਡੇ ਜਲੰਧਰ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ, ਉਹਦੇ ਨਾਲ ਨਾਲ ਬਸਤੀ ਦਾਨਸ਼ਮੰਦਾ ਦਾ ਨਾਮ ਰੋਸ਼ਨ ਕੀਤਾ ਹੈ। ਔਰ ਮੈਂ ਇਹਦੇ ਮਾਂ-ਬਾਪ ਨੂੰ ਔਰ ਇਸ ਬੱਚੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਨਾਲ ਕਾਮਨਾ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚੀ ਹੋਰ ਪੜ੍ਹ ਲਿਖ ਕੇ ਜੋ ਵੀ ਇਹਦੇ ਮਨ 'ਚ ਹੈ, ਚਾਹੇ ਵਕੀਲ ਬਣਨਾ ਹੈ, ਡਾਕਟਰ ਬਣਨਾ ਹੈ, ਇੰਜੀਨੀਅਰ ਬਣਨਾ ਹੈ, IAS ਬਣਨਾ ਹੈ, ਜੋ ਵੀ ਇਹਦੇ ਮਨ ਵਿੱਚ ਹੈਗਾ ਉਹ ਆਉਣ ਵਾਲੇ ਸਮੇਂ 'ਚ ਪੜ੍ਹ ਕੇ ਬਣੇ। ऐसी मैं कामना करना परमपिता परमात्मा के। और मैंने बड़ा अच्छा लग्या ये बाकी बच्चों वास्ते भी एक प्रेरणा हैगी है कि अगर बाकी बच्चे भी चाहन तो ये मगर पढ़ के वो भी अपने हल्के का नाम रोशन कर सकते हैं। क्योंकि देखो कि अगर ये बच्चा बस्ती दानशमंदा इन तंग गलियों च रह के एक आम परिवार साधारण परिवार च रह के इतने नंबर हासिल कर सकता है, पढ़ सकता है, तो बाकी बच्चे भी तो वेख के हुण पढ़नगे। मैंने इस गल का पूरा मान है। मैं कई फिर परिवार में लख लख दे दिंदा हाँ, खास करके इस बच्ची निहारिका जिन्हें बहुत वधिया नंबर लैके एक रिकॉर्ड कायम किया है। श्री ब्राह्मण सभा फिल्लौर की ओर से भगवान परशुराम जी की जयंती फिल्लौर के शिव मंदिर में बड़ी ही धूमधाम से मनाई गई। इस अवसर पर दैनिक सवेरा के मुख्य संपादक शीतल विज ने विशेष रूप से शिरकत की, जिनका श्री ब्राह्मण सभा की ओर से भव्य स्वागत किया गया और श्री विज को सिरोपा और भगवान परशुराम जी का चित्र भेंट कर सम्मानित किया गया। इस अवसर पर वृंदावन से आई दीदी मीनाक्षी ने उपस्थित भक्तों को अपने भजनों के माध्यम से झूमने पर विवश किया।
नानक चैरिटेबल अस्पताल गुरुद्वारा दुआबा श्री गुरु सिंह सभा चौक अड्डा होशियारपुर जालंधर की ओर से 2 दिवसीय दांतों का निःशुल्क चेकअप कैंप लगाया गया। इस अवसर पर दांतों की माहिर डॉक्टर पल्लवी और डॉक्टर मनप्रीत ने बड़े ही अच्छे ढंग से मरीजों के दांतों की जांच की। तो वहीं गुरुद्वारा प्रबंधक कमेटी की ओर से आए हुए लोगों को निःशुल्क दवाएं भी दी गई। गौरतलब रहे कि गुरु नानक चैरिटेबल अस्पताल काफी लंबे समय से गुरुद्वारा साहिब के सहयोग से चलाया जा रहा है, जिसका इलाकावासी खूब लाभ ले रहे हैं। इस अवसर पर गुरुद्वारा प्रबंधक कमेटी के चेयरमैन परमजीत सिंह हीरा भाटिया, प्रधान अमृतपाल सिंह भाटिया, जनरल सचिव मक्खन सिंह, दीदार सिंह विरदी, सरदारा सिंह मक्कड़, बूटा सिंह भाटिया, मन महेंद्र सिंह संदल, जोगिंदर सिंह नोना, भाई पवनीत सिंह, भाई गुरपाल सिंह सहित अन्य सदस्यगण भी उपस्थित रहे। जालंधर से हलचल के लिए कैमरामैन सुरेंद्र बावा की रिपोर्ट। वाहिगुरु जी का खालसा, वाहिगुरु जी की फतेह। ਅੱਜ ਗੁਰਦੁਆਰਾ ਦੁਆਬਾ ਸ੍ਰੀ ਗੁਰੂ ਸਿੰਘ ਸਭਾ ਚੌਂਕ ਅੱਡਾ ਹੁਸ਼ਿਆਰਪੁਰ ਵਿਖੇ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 2 ਦਿਨਾਂ ਦਾ ਦੰਦਾਂ ਦਾ ਚੈੱਕਅਪ ਫ੍ਰੀ ਕੈਂਪ ਇੱਥੇ ਲਗਾਇਆ ਜਾ ਗਿਆ ਹੈ। ਅੱਜ ਵੀ ਲੱਗਣਾ ਹੈ, ਕੱਲ੍ਹ ਵੀ ਲੱਗਣਾ ਹੈ। ਇਹ 2 ਦਿਨਾਂ ਕੈਂਪ ਜਿਹਦੇ ਵਿੱਚ ਚੈੱਕਅਪ ਫ੍ਰੀ ਹੋਣਗੇ, ਦਵਾਈਆਂ ਵੀ ਫ੍ਰੀ ਦਿੱਤੀਆਂ ਜਾਣਗੀਆਂ। ਅੱਜ ਇਸ ਮੌਕੇ 'ਤੇ ਚੇਅਰਮੈਨ ਪਰਮਜੀਤ ਸਿੰਘ ਹੀਰਾ ਭਾਟੀਆ, ਅਮਰਤਪਾਲ ਭਾਟੀਆ प्रधान, सरदार बूटा सिंह, सरदार मनमिंदर सिंह संदल, जथेदार सरदारा सिंह मक्कड़ और सारे जिन्ने भी प्रबंधक कमेटी के मैंबर हाजिर होए। इस मौके पर सारिਆਂ ने सहयोग किया है और उम्मीद करते हैं इस तरह प्रबंधक कमेटी इस तो भी गाहे बगाहे असी ये कैंप लाते रहेंगे और सानू संगत का सहयोग चाहिए है। वाहिगुरु जी का खालसा, वाहिगुरु जी का खालसा, वाहिगुरु जी की फतेह। ਅੱਜ ਗੁਰਦੁਆਰਾ ਦੁਆਬਾ ਸ੍ਰੀ ਗੁਰੂ ਸਿੰਘ ਸਭਾ ਚੌਂਕ ਅੱਡਾ ਹੁਸ਼ਿਆਰਪੁਰ ਵਿਖੇ ਜੋ ਕਾਫੀ ਚਿਰ ਤੋਂ ਡੈਂਟਲ ਕਲੀਨਿਕ ਚੱਲ ਰਿਹਾ ਹੈ, ਉਸ ਵਿੱਚ ਮਹਾਰਾਜ ਦੀ ਕਿਰਪਾ ਸਦਕਾ ਅੱਜ 2 ਦਿਨਾਂ ਡੈਂਟਲ ਕੈਂਪ ਲਗਾਇਆ ਗਿਆ, ਜਿਸ ਵਿੱਚ ਡਾਕਟਰ ਪੱਲਵੀ ਅਤੇ ਸਾਰੀ ਗੁਰਦੁਆਰਾ ਸਾਹਿਬ ਦੀ ਟੀਮ ਨੇ ਹਿੱਸਾ ਲਿਆ। ਕਾਫੀ ਪੇਸ਼ੈਂਟਸ ਨੇ ਆ ਕੇ ਇਸ ਚੀਜ਼ ਦਾ ਫਾਇਦਾ ਚੁੱਕਿਆ। ਸੱਚੇ ਪਾਤਸ਼ਾਹ ਕਿਰਪਾ ਕਰਦੇ ਰਹਿਣ, ਸੰਗਤ ਨੂੰ ਸਹੀ ਰਾਹ ਮਿਲਦੀ ਰਹੇ। ਗੁਰਦੁਆਰਾ ਸਾਹਿਬ ਵਿਖੇ ਆ ਕੇ ਇਸ ਕੈਂਪ ਦਾ ਯੋਗਦਾਨ ਲਾਭ ਲੈਂਦੇ ਰਹਿਣ तो महाराज इस तरह सेवा लगे। वाहिगुरु जी का खालसा, वाहिगुरु। भगवान विष्णु जी के छठे अवतार भगवान परशुराम जी का जन्म महोत्सव ब्राह्मण सभा बाहरी क्षेत्र दीपनगर की तरफ से बड़ी ही धूमधाम एवं श्रद्धा पूर्वक गोल्डन कॉलोनी फेज 1 गांव बड़िंग में मनाया गया। इस अवसर पर सभा के प्रधान खेमचंद जोशी की अध्यक्षता और चेयरमैन कर्नल आर के शर्मा के सानिध्य में सर्वप्रथम सुबह हवन यज्ञ करवाया गया, जिसके बाद आरती की गई। तो वहीं नारायण शर्मा एंड पार्टी ने प्रभु महिमा का गुणगान कर माहौल को भक्तिमय रूप प्रदान किया। इस दौरान मंच संचालन महासचिव सत्यदेव शर्मा और राजेंद्र शर्मा द्वारा किया गया। इस अवसर पर वार्ड नंबर 12 के पार्षद शिवम शर्मा ने कार्यक्रम में शामिल हुए सभी लोगों का आभार व्यक्त करते हुए समस्त ब्राह्मण सभा के पदाधिकारियों को अपनी शुभकामनाएं भेंट की। अंत में भोग उपरांत प्रसाद स्वरूप विशाल भंडारा भी लगाया गया। इस अवसर पर सुरेंद्र शर्मा, के शर्मा, सुभाष शर्मा, श्याम सुंदर शर्मा, सुरेंद्र वशिष्ठ, विजय कुमार दवेसर, DR शर्मा, राजेंद्र शर्मा, बलबीर बाली सहित बड़ी संख्या में भक्तजन उपस्थित रहे। जालंधर छावनी से हलचल के लिए कैमरामैन जतिन राजपूत की रिपोर्ट। बेड़ा रे बेड़ा तेरा राम जी करेंगे बेड़ा होगा तेरा राम जी करेंगे बेड़ा
शक्तिपीठ श्री देवी तालाब मंदिर के पावन दरबार में साप्ताहिक भजन संध्या का आयोजन किया गया, जिसमें बाल और युवा गायकों ने मां भगवती की महिमा का गुणगान कर उपस्थित भक्तों को झूमने पर विवश किया। इस अवसर पर गायक विजय कौड़ा ने गणेश वंदना को गाकर इस भजन संध्या की शुरुआत की, जिसके बाद गौरव शर्मा, खुशी कोमल, वीनू सहगल, गोपाल पांडे, बिनी सावरिया, चंद्र कन्हैया, डॉली, राजेश शर्मा और मीनाक्षी ने मां भगवती की महिमा का गुणगान कर उपस्थित भक्तों को मंत्रमुग्ध किया। इस दौरान कैशियर पविंदर बहल, मंच संचालक बलदेवानंद और रमन शर्मा ने आई हुई भजन मंडलियों को मां की चुनरी देकर सम्मानित किया। जालंधर से हलचल के लिए कैमरामैन सुदेश भगत की रिपोर्ट। भगवत रस सहायक सब दिन सर्वोपरि सुखदानी। राधा राधा जय 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 श्री राधा। राधा राधा जय 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 श्री राधा। राधा मां राज राजेश्वरी कामाख्या देवी मंदिर पोर्ट सदीक नजदीक काखला पुल धालीवाल जालंधर में मां बंगलामुखी जयंती समारोह 5 मई को बड़ी ही धूमधाम एवं श्रद्धाभाव से मनाया जा रहा है। इसी उपलक्ष्य में मंदिर प्रबंधक कमेटी के सदस्य विक्रम भसीन, पंडित राजेश कौशिक, पंडित अविनाश गौतम एवं नीरज कपूर की ओर से शहर के गणमान्य लोगों को मां बंगलामुखी जयंती में शामिल होने हेतु निमंत्रण पत्र प्रदान किए जा रहे हैं। इसी के तहत मंदिर कमेटी के सदस्यों की ओर से मेयर विनीत धीर, पार्षद पति सुरेश सेठ, पार्षद हरजिंदर सिंह लाडा, बंटू सब्रवाल, अनिल चड्डा, गौतम जैन, हरीश सब्रवाल, अखिल कपूर, प्रदीप कुमार, प्रदीप अभी को मां बंगलामुखी जयंती समारोह में विशेष रूप से शामिल होने हेतु निमंत्रण पत्र प्रदान किया। इस दौरान सभी गणमान्य लोगों ने मंदिर कमेटी के सदस्यों को ये विश्वास दिलाया कि वे मां बंगलामुखी जयंती समारोह में भाग लेकर मां बंगलामुखी जी का आशीर्वाद प्राप्त करेंगी। जालंधर से हलचल के लिए कैमरामैन सुरेंद्र बावा की रिपोर्ट। भारतीय जनता पार्टी के जिला महामंत्री अशोक सरीन हिक्की के पिता विनोद कुमार सरीन अपनी सांसारिक यात्रा पूर्ण कर प्रभु चरणों में जा विराजे हैं। उनकी आत्मिक शांति हेतु श्रद्धांजलि सभा का आयोजन सत्यनारायण मंदिर नजदीक एसटी कॉलेज रोड जालंधर में किया गया। इस दौरान पंडित अयोध्या प्रसाद जी ने श्री गरुड़ पुराण के पाठ का भोग डालकर स्वर्गीय विनोद कुमार सरीन की आत्मिक शांति हेतु प्रार्थना की। इस मौके पर पूर्व कैबिनेट मंत्री मनोरंजन कालिया, पूर्व सीपीएस केडी भंडारी, पूर्व सांसद सुशील रिंकू, पूर्व विधायक शीतल अंगुराल, मेयर विनीत धीर, पूर्व मेयर सुरेश सहगल, पूर्व मेयर राकेश राठौर, वरिष्ठ भाजपा नेता श्वेत मलिक, भाजपा देहात प्रधान अमरजीत सिंह अमरी, भाजपा शहरी प्रधान सुशील शर्मा, पार्षद पति सौरभ सेठ, पूर्व पार्षद भगवंत प्रभाकर,
पूर्व विधायक राजेंद्र बेरी, पूर्व पार्षद अर्जुन सिंह पप्पी, पूर्व सांसद सोम प्रकाश, जय सिंह शेरगिल, भाजपा महासचिव तरुण चुग, करमजीत कौर चौधरी, किशन लाल शर्मा, विपिन सब्रवाल, राजकुमार राजू, पार्षद रविंदर सोई, लकी मल्होत्रा, सुभाष शर्मा, डॉक्टर अनिल जैन, साहिल कपूर, राजेश हनी, अनिल सच्चर, संजय कोछड़, दीवान अमित अरोड़ा व पारिवारिक सदस्यों में पत्नी समृति सरीन, बेटा अशोक सरीन, पुनीत भल्ला, गायत्री भल्ला सहित शहर के राजनीतिक, धार्मिक और सामाजिक वर्ग से जुड़े लोगों ने पहुंचकर स्वर्गीय विनोद कुमार सरीन को भावभीनी श्रद्धांजलि भेंट की। मोक्ष प्राप्ति के लिए क्या करना चाहिए, जिससे उन्हें सद्गति प्राप्त हो, उन्हें मोक्ष की प्राप्ति हो, तो उसके लिए उन्होंने विचार किया और विचार करके 10 दिन तक उनकी निमित्त गरुड़ पुराण का पाठ। ये गरुड़ पुराण क्या है? ये गरुड़ जो है भगवान विष्णु के वाहन पक्षी का और पुराण हिस्सा जो भगवान विष्णु के समक्ष गरुड़ जी ने पूछा था और गरुड़ के संदेहों को दूर होने के लिए सारा वृत्तांत इसी प्रकार से भगवान विष्णु ने बताया था। वही इसी प्रकार से श्री गरुड़ पुराण कहते हैं, जो मुक्ति को प्रदान करने वाला है। इसी प्रकार से उन्होंने कहा अपने घर में बड़ी श्रद्धा के साथ माता पिता की, इसी प्रकार से उन्होंने गरुड़ पुराण का पाठ। बीजेपी के कार्यकर्ता के नाते अशोक सरीन जी चलते चलो इनका जिस तरह का एक विस्तृत समाज में दायरा है, केवल राजनीति की नहीं तो हर दृष्टि से सामाजिक और दूसरी सेवा भाव। और मैं तो बहुत बार जाना घर में बहन की, माता जी, पिताजी सबके साथ एक प्रचारक का जैसे घरों में संपर्क रहता है, ऐसा मेरा रहा। वो भी एक कर्मयोगी तपस्वी, मंडी में सबके साथ एक अच्छा परिचय, सबसे मिलना बैठना बरतना, धार्मिक एक कर्मयोगी का जीवन जीते गए। और जो चीज आज सब हम लोग यहाँ खड़े हैं ध्यान में आ रहा है कि कहते हैं कि बच्चे को बचपन में जरूरत माँ बाप की होती है और बुढ़ापे में जरूरत माँ बाप को बच्चे की होती है। वास्तव में हिक्की जी ने यानी अपनी बहन को भी पता लगने नहीं दिया बात। जो परमात्मा की इच्छा पर एक सफल जीवन मैं देखा कि साढ़े छोटे भाई बच्चे मेरे अशोक जी जिहड़े भारतीय जनता पार्टी के कर्मठ कार्यकर्ता रहे और जो इन्हां दा योगदान है समाज के प्रति, पार्टी के प्रति, मैं समझना कि उसका जो श्रेय जाता है तो इन्हां दे पिताजी विनोद जी, इन्हां दे माता जी द्वारा दिते गए अच्छे संस्कारों को जाता है। और जिस संख्या के विच आज उपस्थिति है ये दर्शाती है कि किन्ने बड़ी संख्या है सारे साथी आज उन्होंने विनोद जी को अंतिम श्रद्धांजलि देना है। सो मैं भारतीय जनता पार्टी वालों पंजाब वालों जिथे श्रद्धांजलि देना विनोद जी को उथे ही परमात्मा तो ये अरदास करना कि उन्होंने पुण्य आत्मा अपने चरणा स्थान दे और उन्होंने परिवार और सारे जो सहयोगी सी सानू उन्होंने दिखाए मान ते चलन दा बल बख्श। और अब अंत में हलचल की गतिविधियों पर एक नजर फिर से। इसके साथ ही अब तक की गतिविधियां समाप्त होती हैं और ताज़ा जानकारी के लिए देखते रहिए हलचल। दिखा दे मैडम मोबाइल आ दो। जालंधर के प्रताप बाग के नजदीक दिन दिहाड़े सरेआम गुंडागर्दी का हुआ नंगा नाच। तेजधार हथियारों से एक युवक को बेरहमी से काटा।
अमृतसर पुलिस और बदमाशों में हुई मुठभेड़, बब्बर खालसा इंटरनेशनल मॉड्यूल के 5 सदस्यों को एक हैंड ग्रेनेड और पिस्तौल सहित किया काबू। अमृतसर के श्री दरबार साहिब के नज़दीक काठियां वाले बाजार में हुई गैंगवार, गैंगस्टर सोनू मोटा को मारी गोलियां।